ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਡੰਡੋਤ ਬੰਦਨ ਅਨਕਬਾਰ ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਕਿਛ ਰੂਪ ਨਹੀਂ ਕਿਛ ਜਾਤ ਨਹੀਂ, ਕਿਛ ਢੰਗ ਨਾ ਮੇਰਾ। ਕਿਆ ਮੂਲੈ ਬੋਲੇ ਗੁਣ ਬਿਹੂਣ, ਨਾਮ ਜਪਿਆ ਨਾ ਤੇਰਾ। ਹਮ ਪਾਪੀ ਸੰਗ ਗੁਰ ਉਬਰੇ, ਪੁਨ ਸਤ ਗੁਰ ਕੇਰਾ। ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਇਸ ਦੇ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਭਜੋ ਗੋਬਿੰਦ ਭੂਲ ਮਤ ਜਾਓ, ਮਾਨਸ ਜਨਮ ਕਾ ਏਹੀ ਲਾਓ। ਭਜੋ ਗੋਬਿੰਦ ਭੂਲ ਮਤ ਜਾਓ, ਮਾਨਸ ਜਨਮ ਕਾ ਏਹੀ ਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਰਹਿਮਤ ਤਰਸ ਹੋਇਆ ਹੈ, ਜੋ ਸਾਡੇ ਕਲਯੁਗੀ ਜੀਵਾਂ ਤੇ ਉਧਾਰ ਕਰਕੇ ਇਹ ਸਤ ਸੰਗਤ ਦੀਆਂ ਮੁਬਾਰਕ ਘੜੀਆਂ ਸਾਡੀ ਝੋਲੀ ਵਿੱਚ ਪਾਈ ਹੈ। ਮਹਾਰਾਜ ਕਿਰਪਾ ਕਰਨ, ਕੁਝ ਸਮਾਂ ਜਿਸ ਤਰ੍ਹਾਂ ਹੁਕਮ ਹੋਇਆ ਹੈ ਉਸ ਦੇ ਅਕੋਰਡਿੰਗ ਅਸੀਂ ਮਿਲ ਬੈਠ ਕੇ ਸਤਿਗੁਰੂ ਦੀ ਬਾਣੀ ਦੀ ਵਿਚਾਰ ਕਰਨ ਦਾ ਯਤਨ ਕਰੀਏ। ਸਤਿਗੁਰੂ ਰਹਿਮਤ ਭਰਿਆ ਹੱਥ ਰੱਖ ਕੇ ਆਪਣੀ ਸੇਵਾ ਆਪਣੇ ਬੱਚਿਆਂ ਪਾਸੋਂ ਆਪ ਲੈ ਲੈਣ। ਜਿਤਨੇ ਵੀ ਮਾਈ ਭਾਈ ਘਰਾਂ ਵਿੱਚ ਜਾਂ ਹੋਰ ਕਿੱਥੇ ਕੋਈ ਆਫਿਸ ਜਿੱਥੇ ਵੀ ਬੈਠਾ ਹੈ, ਕੁਝ ਕੁ ਸਮਾਂ ਮਨ ਦੀ ਇਕਾਗਰਤਾ ਵਿੱਚ ਆਈਏ ਔਰ ਮਨ ਦੀ ਗਹਿਰਾਈਆਂ ਵਿੱਚੋਂ ਕਹੀਏ, ਸਤਨਾਮ ਸ੍ਰੀ ਵਾਹਿਗੁਰੂ। ਫੇਰ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ। ਸ਼ਬਦ ਲਿਆ ਹੈ, ਭਜੋ ਗੋਬਿੰਦ ਭੂਲ ਮਤ ਜਾਹੋ। ਇਹ ਪਾਵਨ ਪਵਿੱਤਰ ਸ਼ਬਦ ਭਗਤ ਕਬੀਰ ਜੀ ਦਾ ਹੈ, ਜੋ ਸ਼੍ਰੋਮਣੀ ਭਗਤ ਹੋਏ ਹਨ, ਜਿਨ੍ਹਾਂ ਦੀ ਬਾਣੀ ਆਪ ਜੀ ਨਿਤਾ ਪ੍ਰਤੀ ਪੜ੍ਹਦੇ ਹੋ, ਸੁਣਦੇ ਹੋ। ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਆਪ ਜੀ ਨਕਮਸਤਕ ਹੁੰਦੇ ਹੋ, ਉੱਥੇ ਇਸ ਭਗਤ ਕਬੀਰ ਜੀ ਦੀ ਵੀ ਬਾਣੀ ਨੂੰ ਆਪ ਨਮਸਕਾਰ ਕਰਦੇ ਹੋ। ਬੜੇ ਸੁੰਦਰ ਵਿਚਾਰ ਰੱਖ ਕੇ ਸਾਡੇ ਮਨੁੱਖਤਾ ਦੇ ਭਲੇ ਵਾਸਤੇ ਇਹ ਭਗਤਾਂ ਦਾ ਇੱਕ ਸੁਭਾਅ ਹੁੰਦਾ ਹੈ ਕਿ ਜਦੋਂ ਕਿਸੇ ਜੀਵ ਦਾ ਉਧਾਰ ਕਰਨਾ ਹੋਵੇ तो अपने मुबारक रसना तो
ਮੁਬਾਰਕ ਬੋਲ ਕੇ ਸਾਡੇ ਕਲਯੁਗੀ ਜੀਵਾਂ ਦਾ ਉਧਾਰ ਕਰਦੇ ਹਨ। ਇਹ ਉਹਨਾਂ ਦਾ ਆਪਣਾ ਇੱਕ ਉੱਚਾ ਤੇ ਸੁੱਚਾ ਜੀਵਨ ਹੈ। ਉਸ ਜੀਵਨ ਦੇ ਵਿੱਚੋਂ ਪਰਮਾਤਮਾ ਵੱਲੋਂ ਜੋ ਹੁਕਮ ਹੋਇਆ, ਬਾਣੀ ਉਚਾਰੀ ਉਹਨਾਂ ਨੇ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਨੇ ਅੰਕਿਤ ਕੀਤੀ ਹੈ। ਜਿਹੜੀ ਬਾਣੀ ਗੁਰਮਤਿ ਦੀ ਕਸਵੱਟੀ ਤੇ ਉਤਰਦੀ ਹੈ, ਗੁਰੂ ਸਾਹਿਬ ਨੇ ਉਸ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਉਤਾਰਾ ਕੀਤਾ ਹੈ। ਤੋ ਮਹਾਰਾਜ ਉਸ ਭਗਤਾਂ ਨੂੰ ਇਤਨਾ ਮਾਣ ਆਪਣੀ ਜੀਸ ਬਿਲਕੁਲ ਨਾਲ ਬਿਠਾ ਕੇ, ਜਿੱਥੇ ਅਸੀਂ ਗੁਰੂਆਂ ਨੂੰ ਨਤਮਸਤਕ ਹੋਈਦਾ ਹੈ, ਉੱਥੇ ਇਹ 15 ਭਗਤਾਂ ਨੂੰ ਵੀ ਅਸੀਂ ਨਤਮਸਤਕ ਹੋਈਦਾ ਹੈ। ਬੜੇ ਸੁੰਦਰ ਬੋਲ ਇਸ ਸ਼ਬਦ ਵਿੱਚ ਇੱਕ ਮਨੁੱਖਤਾ ਨੂੰ, ਸੁੱਤੇ ਹੋਏ ਨੂੰ ਜਗਾਉਣ ਵਾਸਤੇ ਇਹ ਸ਼ਬਦ ਉਚਾਰਿਆ ਹੈ। ਤੁਸੀਂ ਕਹੋਗੇ ਅਸੀਂ ਸੁੱਤੇ ਤੇ ਹੈ ਨਹੀਂ, ਅਸੀਂ ਤੇ ਜਾਗੇ ਹੋਏ ਹਾਂ। ਨਹੀਂ, ਸੁੱਤੇ ਤੋਂ ਭਾਵ ਜੇ ਅਸੀਂ ਮਨ ਕਰਕੇ ਸੋਏ ਹੋਏ ਹਾਂ। ਜਾਗ ਲਿਓ ਰੇ ਮਨਾ ਜਾਗ ਲਿਓ, ਕਹਾਂ ਗਾਫਲ ਸੋਇਆ। ਉਸ ਸੁੱਤੇ ਹੋਏ ਮਨ ਨੂੰ ਜਗਾਉਣ ਵਾਸਤੇ ਕੀ ਕਹਿ ਰਹੇ ਨੇ? ਭਜੋ ਗੋਬਿੰਦ ਭੂਲ ਮਤ ਜਾਓ। ਭਜੋ, ਉਸ ਨੂੰ ਸਿਮਰੋ। ਗੋਬਿੰਦ, ਬਿੰਦ ਹੁੰਦਾ ਹੈ ਆਸਰਾ, ਟੇਕ ਕਹਿ ਲਓ, ਤੇ ਗੋ ਹੁੰਦੀ ਹੈ ਧਰਤੀ। ਧਰਤੀ ਨੂੰ ਆਸਰਾ ਦੇਣ ਵਾਲਾ ਉਹ ਪਰਮਾਤਮਾ ਆਪ ਹੈ। ਉਹਨੂੰ ਭਜੋ, ਉਹਨੂੰ ਸਿਮਰਨ ਕਰੋ, ਉਹਨੂੰ ਯਾਦ ਕਰੋ। ਕਹਿ ਰਹੇ ਨੇ ਭਜੋ ਗੋਬਿੰਦ ਭੂਲ ਮਤ ਜਾਓ। ਦੇਖੋ ਕਿੰਨੀ ਸੋਹਣੀ ਗੱਲ ਭਗਤ ਕਬੀਰ ਜੀ ਸਾਨੂੰ ਸਮਝਾ ਰਹੇ ਨੇ ਕਿ ਅਸੀਂ ਭੁੱਲੇ ਹੋਏ ਹਾਂ। ਇਹ ਭੁੱਲਿਆਂ ਵਾਸਤੇ ਹੀ ਗੱਲ ਹੈ। ਸਾਨੂੰ, ਮੈਂ ਸੋਚਣਾ, ਹਰ ਇੱਕ ਸਾਨੂੰ ਰਿਸ਼ਤਾ ਯਾਦ ਹੈ, ਆਪਣਾ ਕਾਰੋਬਾਰ ਯਾਦ ਹੈ, ਅਸੀਂ ਬੱਚੇ ਵੇਖ ਕੇ ਸਾਨੂੰ ਸਭ ਕੁਝ ਯਾਦ ਆਉਂਦਾ ਹੈ। ਪਰ ਜਿਹੜੀ ਚੀਜ਼ ਅਸੀਂ ਭੁੱਲੇ ਹੋਏ ਹਾਂ, ਉਸ ਬਾਰੇ ਯਾਦ ਨਹੀਂ ਹੈ। ਕਿਉਂਕਿ ਜਿਹੜੀਆਂ ਚੀਜ਼ਾਂ ਮੈਂ ਗਿਣਾਈਆਂ ਨੇ, ਅਸੀਂ ਹੁਣ ਕੰਮ ਤੇ ਆਏ ਹਾਂ, ਘਰੋਂ ਬਾਹਰ ਨਿਕਲੇ ਹਾਂ। ਮੈਂ ਨਹੀਂ ਸਮਝਦਾ ਕਿ ਵਾਪਸੀ ਅਸੀਂ ਆਪਣੇ ਘਰ ਨੂੰ ਭੁੱਲ ਜਾਈਏ। ਦੱਸੋ ਕੋਈ ਭੁੱਲ ਗਿਆ ਹੋਵੇ ਆਪਣੇ ਘਰ ਦੀ ਛੋੜ ਕੇ ਕਿਸੇ ਦੂਜੇ ਦੇ ਘਰ ਚਲਾ ਗਿਆ ਹੋਵੇ ਗਲਤੀ ਨਾਲ? ਕਿਉਂ? ਕਿਉਂਕਿ ਉਹ ਘਰ ਸਾਡੇ ਜ਼ਿਹਨ ਵਿੱਚ ਹੈ। ਪੁੱਤਰ ਅਸੀਂ ਨਹੀਂ ਭੁੱਲਦੇ। ਦੁਨੀਆ ਦੇ ਕਿਤਨੇ ਪੁੱਤਰ ਅਸੀਂ ਵੇਖਦੇ ਹਾਂ, ਪਰ ਜਦੋਂ ਆਪਣਾ ਪੁੱਤਰ ਸਾਹਮਣੇ ਹੁੰਦਾ, ਸਾਨੂੰ ਪਤਾ ਲੱਗ ਜਾਂਦਾ ਹੈ ਇਹ ਮੇਰਾ ਪੁੱਤਰ ਹੈ, ਮੇਰੀ ਧੀ ਹੈ, ਮੇਰਾ ਜਵਾਈ ਹੈ, ਮੇਰਾ ਪੋਤਾ ਹੈ, ਮੇਰੀ ਘਰਵਾਲੀ ਹੈ। ਘਰ ਨਹੀਂ ਭੁੱਲੇ, ਬੱਚੇ ਨਹੀਂ ਭੁੱਲੇ, ਕਾਰੋਬਾਰ ਕਰਨਾ ਨਹੀਂ ਭੁੱਲੇ, ਨਾਸ਼ਤਾ ਕਰਨਾ ਨਹੀਂ ਭੁੱਲੇ, ਲੰਗਰ ਛਕਣਾ ਨਹੀਂ ਭੁੱਲੇ, ਦੁਨੀਆ ਦੇ ਸ਼ੋਰ ਸ਼ਰਾਬੇ, ਦੁਨੀਆ ਦੀਆਂ ਐਕਟੀਵਿਟੀਜ਼ ਨਹੀਂ ਭੁੱਲੇ। ਕਿਉਂ? ਕਿਉਂਕਿ ਉਹ ਸਾਡੇ ਜ਼ਿਹਨ ਵਿੱਚ ਨੇ। ਜਿਹੜੀ ਚੀਜ਼ ਜ਼ਿਹਨ ਵਿੱਚ ਹੁੰਦੀ ਏ, ਉਹ ਕਦੀ ਨਹੀਂ ਭੁੱਲੀ ਜਾਂਦੀ। ਕਬੀਰ ਸਾਹਿਬ ਸਾਨੂੰ ਕਿਉਂ ਕਹਿ ਰਹੇ ਨੇ ਭਜੋ ਗੋਬਿੰਦ ਭੂਲ ਮਤ ਜਾਓ? ਕਿਉਂਕਿ ਜਿਹੜੀ ਚੀਜ਼ ਸਾਡੇ ਹਿਰਦੇ ਵਿੱਚ ਨਹੀਂ ਵਸ ਰਹੀ, ਉਸ ਨੂੰ ਵਸਾਉਣ ਵਾਸਤੇ ਕਹਿ ਰਹੇ ਨੇ ਭਾਈ ਤੁਸੀਂ ਭੁੱਲੇ ਹੋਏ ਹੋ। ਦੇਖੋ, ਜੇ ਭੁੱਲੇ ਹੀ ਆ, ਪਤਾ ਨਹੀਂ ਅਸੀਂ ਕਿਤਨੇ ਸਮੇਂ ਤੋਂ ਪਾਠ ਕੀਰਤਨ ਕਰ ਰਹੇ ਹਾਂ, ਕਿਤਨੀਆਂ ਢੋਲਕੀਆਂ ਫਾੜ ਦਿੱਤੀਆਂ ਨੇ, ਕਿਤਨੇ ਵਾਜੇ ਕਸਾ ਦਿੱਤੇ ਨੇ, ਕਿਤਨੇ ਛੈਣੇ ਅਸੀਂ ਖਤਮ ਕਰ ਦਿੱਤੇ ਨੇ, ਪਰ ਉਹ ਫਿਰ ਵੀ ਨਾਮ ਸਾਡੇ ਹਿਰਦੇ ਵਿੱਚ ਨਹੀਂ ਵਸ ਰਿਹਾ। ਕਿਉਂ ਕਬੀਰ ਸਾਹਿਬ ਇਤਨਾ ਕਹਿ ਰਹੇ ਹਨ? ਸਾਨੂੰ ਕਿਸੇ ਨੇ ਕੋਈ ਮਾੜਾ ਬੋਲਿਆ 20 ਸਾਲ ਪੁਰਾਣਾ, ਸਾਨੂੰ ਉਹ ਯਾਦ ਹੈ। ਔਰ ਮੈਨੂੰ ਖਿਮਾ ਕਰ ਦੇਣਾ, ਅਗਰ ਅਸੀਂ ਸਵੇਰੇ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਦਾ ਸੁਣਿਆ ਹੋਏਗਾ ਨਾ, ਤੇ 2 ਘੰਟੇ ਬਾਅਦ ਪੁੱਛ ਲਈਏ ਕੀ ਹੁਕਮਨਾਮਾ ਸੀ, ਸਾਨੂੰ ਨਹੀਂ ਪਤਾ ਲੱਗੇਗਾ, ਮੇਰੇ ਸਮੇਤ। ਕਿਉਂਕਿ ਉਹ ਚੀਜ਼ ਸਾਡੇ ਜ਼ਿਹਨ ਵਿੱਚ ਨਹੀਂ ਹੈ।
ਜਿਹੜੀ ਚੀਜ਼ ਜਹਿਨ ਵਿੱਚ ਆ ਜਾਏ, ਹਿਰਦੇ ਵਿੱਚ ਆ ਜਾਏ, ਉਹ ਭੁੱਲਦੀ ਨਹੀਂ ਹੈ। ਜਿਸ ਤਰ੍ਹਾਂ ਇੱਕ ਕਾਰੋਬਾਰੀ ਘਰ ਕੰਮ ਕਰਕੇ ਆਪਣੇ ਘਰ ਹੀ ਆਉਂਦਾ ਹੈ, ਬੱਚੇ ਨੂੰ ਵੇਖ ਕੇ ਪਹਿਚਾਣ ਲੈਂਦਾ ਹੈ, ਦੁਨੀਆ ਦੇ ਬੱਚਿਆਂ 'ਚੋਂ ਆਪਣਾ ਬੱਚਾ ਪਹਿਚਾਣ ਲੈਂਦਾ ਹੈ, ਆਪਣਾ ਘਰ-ਬਾਰ ਨੂੰ ਪਹਿਚਾਣ ਲੈਂਦਾ ਹੈ, ਸਭ ਕੁਝ ਪਹਿਚਾਣ ਲੈਂਦਾ ਹੈ, ਸਿਰਫ ਤੇ ਸਿਰਫ ਇੱਕ ਰੱਬ ਨੂੰ ਨਹੀਂ ਪਹਿਚਾਣਦਾ, ਸਭ ਨੂੰ ਆਪਣਾ ਬਣਾ ਲਿਆ, ਇੱਕ ਰੱਬ ਨੂੰ ਪਰਾਇਆ ਕਰ ਦਿੱਤਾ ਹੈ। ਭਜੋ ਗੋਬਿੰਦ ਭੂਲ ਮਤ ਜਾਓ, ਮਾਇਆ ਮੋਹ ਸਗਲ ਜਗ ਛਾਇਆ। ਸਾਰੇ ਹੀ ਇਸ ਮਾਇਆ ਦੀ ਲਪੇਟ ਵਿੱਚ ਆ ਗਏ ਹਨ। ਕਾਮਣ ਦੇਖ ਕਾਮ ਲੁਭਾਇਆ, ਉਸ ਕਾਮ ਵਾਸਨਾ ਵਿੱਚ, ਉਹਦੇ ਵਿੱਚ ਲੁਭਿਆ ਹੋਇਆ ਹੈ। ਸੁਤ ਕੰਚਨ ਸਿਉ ਹੇਤ ਵਧਾਇਆ, ਪੁੱਤਰ ਧੀਆਂ ਸੋਨੇ ਮਾਲ ਮਾੜੀ ਦੇ ਨਾਲ ਪਿਆਰ ਵਧਾਇਆ ਹੋਇਆ ਹੈ। ਪਾਤਸ਼ਾਹ ਕਹਿੰਦੇ ਨੇ ਸਭ ਕੁਛ ਆਪਣਾ, ਇੱਕ ਰਾਮ ਪਰਾਇਆ। ਸਾਰਿਆਂ ਨੂੰ ਤੇ ਆਪਣਾ ਬਣਾ ਲਿਆ, ਪਰ ਇੱਕ ਰਾਮ ਸੀ ਜਿਹੜਾ, ਜਿਹਨੂੰ ਆਪਣਾ ਬਣਾਉਣਾ ਸੀ, ਉਹਨੂੰ ਪਰਾਇਆ ਕਰ ਦਿੱਤਾ। ਦੇਖੋ, ਅਸੀਂ ਧੀਆਂ ਪੁੱਤਰ ਛੱਡਣ ਵਾਸਤੇ ਨਹੀਂ ਗੱਲ ਕਰ ਰਹੇ, ਘਰ ਛੱਡਣ ਵਾਸਤੇ ਗੱਲ ਨਹੀਂ ਕਰ ਰਹੇ। ਜਿਸ ਤਰ੍ਹਾਂ ਤੁਸੀਂ ਹਿਰਦੇ ਦੇ ਵਿੱਚ ਉਹਨਾਂ ਨੂੰ ਵਸਾਇਆ ਹੈ, ਚੰਗਾ ਹੁੰਦਾ ਸਭ ਤੋਂ ਉੱਚੀ ਥਾਂ ਉਸ ਰਾਮ ਨੂੰ ਦਿੰਦੇ। ਜਿਹੜੀ ਗੱਲ ਮਹਾਰਾਜ ਕਹਿੰਦੇ ਨਾ, ਰਤਨ ਤਿਆਗ ਕੋਡੀ ਸੰਗ ਰਚੈ। ਰਤਨ ਕੀ ਹੈ? ਪ੍ਰਭੂ ਦਾ ਨਾਮ, ਵਾਹਿਗੁਰੂ ਰਾਮ ਦਾ ਨਾਮ ਹੈ। ਰਤਨਾਂ ਵਰਗਿਆਂ ਨੂੰ ਤਿਆਗ ਦਿੱਤਾ ਹੈ। ਰਤਨ ਤਿਆਗ ਕੋਡੀ ਸੰਗ ਰਚੇ, ਕੋਡੀਆਂ ਦੇ ਨਾਲ ਅਸੀਂ ਜਿਹੜੀ ਨਾਸ਼ਵੰਤ ਨੇ। ਰਤਨ ਤਿਆਗ ਕੋਡੀ ਸੰਗ ਰਚੇ, ਸਾਚ ਛੋੜ ਝੂਠ ਸੰਗ ਮਚੇ। ਜੋ ਛੱਡਣਾ ਸੋ ਅਸਥਿਰ ਕਰਮਾਨੇ, ਜੋ ਹੋਵਨ ਸੋ ਦੂਰ ਪਰਾਣੇ। ਜਿਹਨੂੰ ਛੱਡ ਜਾਣਾ ਉਹਨੂੰ ਤੇ ਜੱਫੇ ਮਾਰ ਕੇ ਪੈਂਦਾ ਪਿਆ ਹੈ, ਪਰ ਜਿਹੜੀ ਚੀਜ਼ ਨਾਲ ਨਿਭਣੀ ਹੈ ਉਹਨੂੰ ਪਰੇ ਪਰੇ ਕਰ ਰਿਹਾ। ਜੋ ਛੱਡਣਾ ਸੋ ਅਸਥਿਰ ਕਰਮਾਨੇ, ਜੋ ਹੋਵਨ ਸੋ ਦੂਰ ਪਰਾਣੇ। ਛੋੜ ਜਾਏ ਤਿਸ ਕਾ ਸ਼ਰਮ ਕਰੇ, ਸੰਗ ਸਹਾਈ ਤਿਸ ਪਰ ਹਰੇ। ਜਿਹੜੀ ਚੀਜ਼ ਛੱਡ ਜਾਣੀ ਹੈ ਉਹਦੇ ਉੱਤੇ ਤੇ ਇਤਨੀ ਤਵੱਜੋ ਦੇ ਦਿੱਤੀ ਕਿ ਓਵਰ ਟਾਈਮ ਲਗਾ ਕੇ ਵੀ ਉਸ ਦੇ ਉੱਤੇ ਭੱਜਾ ਦੌੜੀ ਲੱਗਿਆ ਹੈ। ਜਿਹੜੀ ਚੀਜ਼ ਨਾਲ ਨਹੀਂ ਜਾਣੀ, ਮਹਾਰਾਜ ਕਹਿੰਦੇ ਨੇ ਸੰਗ ਸਹਾਈ ਸੁਆਵੇ ਨਾ ਚੀਤ, ਜੋ ਬੇਰਾਈ ਤਾਂ ਸੋ ਪ੍ਰੀਤ। ਜਿਹੜੀ ਚੀਜ਼ ਭੁੱਲਣ ਵਾਲੀ ਸੀ ਉਹ ਭੁਲਾਈ ਨਹੀਂ, ਤੇ ਜਿਹੜੀ ਨਹੀਂ ਭੁੱਲਣ ਵਾਲੀ ਸੀ ਉਹਨੂੰ ਭੁਲਾ ਕੇ ਸਭ ਕੀ ਛਪਣਾ, ਇੱਕ ਰਾਮ ਪਰਾਇਆ। ਕਬੀਰ ਸਾਹਿਬ ਇਹੀ ਕਹਿ ਰਹੇ ਨੇ ਕਿ ਭਜੋ ਗੋਬਿੰਦ ਭੂਲ ਮਤ ਜਾਓ, ਮਾਨਸ ਜਨਮ ਕਾ ਇਹੀ ਲਾਓ। ਬਈ ਮਾਨਸ ਜਨਮ ਦਾ ਇਹ ਇਲਾਹੀ, ਤੈਨੂੰ ਪਤਾ ਨਹੀਂ ਤੇਰੇ ਇੱਕ ਇੱਕ ਕਰਕੇ ਸਵਾਸ ਘਟਦੇ ਜਾ ਰਹੇ ਨੇ। ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ। ਤੇਰੀ ਉਮਰ ਦੀ ਨਦੀ ਹੈ ਨਾ ਜਿਹੜੀ, ਉਹ ਵਗਦੀ ਜਾ ਰਹੀ ਹੈ। ਉਹ ਦਿਨ ਬ ਦਿਨ ਨਦੀ ਤੇਰੀ ਵਗਦੀ ਜਾ ਰਹੀ ਹੈ। ਮਿਥਿਆ ਮੋਹ ਬੰਦੇ ਨਿਤ ਪਾਰਚ। ਤੂੰ ਨਾਸ਼ਵੰਤ ਚੀਜ਼ਾਂ, ਮਿਥਿਆ ਨਾਸ਼, ਜਿਨ੍ਹਾਂ ਨੇ ਨਾਸ਼ ਹੋ ਜਾਣਾ ਹੈ। ਮੋਹ ਦੇ ਵਿੱਚ, ਬੰਧਨਾਂ ਦੇ ਵਿੱਚ ਪਿਆ, ਨਿਤ ਪਾਰਚ, ਨਿਤ ਹੀ ਫਸੀ ਜਾ ਰਹੇ ਹੈ। ਇਹ ਦਲਦਲ ਹੈ। ਮੋਹ ਵੀ ਇੱਕ ਦਲਦਲ ਹੈ। ਜਿੰਨਾ ਇਹਦੇ ਵਿੱਚੋਂ ਨਿਕਲਣ ਦਾ ਕੋਸ਼ਿਸ਼ ਕਰ ਰਿਹਾ ਬੰਦਾ, ਦਲਦਲ ਵਿੱਚ ਓਨਾ ਹੀ ਫਸਦਾ ਹੈ। ਮਾਰੇ ਕਹਿੰਦੇ ਨਾ, ਤਿਤ ਸਰਵਰੜੈ ਭਈ ਲੈ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ। ਪੰਕਜ ਮੋਹ ਪਗ ਨਹੀਂ ਚਾਲੇ, ਹਮ ਦੇਖਾਂ ਤੈ ਡੂਬੀ ਅਲੇ। ਮਾਰੇ ਕਹਿੰਦੇ ਨੇ ਮੇਰੇ ਦੇਖਦਿਆਂ ਦੇਖਦਿਆਂ ਇਸ ਮੋਹ ਦੇ ਕਿਚੜ ਵਿੱਚ ਅਨੇਕਾਂ ਹੀ ਡੁੱਬ ਗਏ ਨੇ। ਮਿਥਿਆ ਮੋਹ ਬੰਧੈ ਨਿਤ ਪਾਰਚ, ਨਿਤੀ ਰੋਜ਼ ਡੁੱਬਦੇ ਜਾ ਰਹੇ ਨੇ। ਉਮਰ ਤੇਰੀ ਮੁੱਕਦੀ ਜਾ ਰਹੀ ਹੈ। ਓਦ ਘਟੇ ਦਿਨਸ ਰਹਿ ਨਾਰੇ, ਰਾਤ ਦਿਨ ਤੇਰੀ ਉਮਰ ਘਟਦੀ ਜਾ ਰਹੀ ਹੈ। ਮਨ, ਹੁਣ ਕਹਿ ਰਹੇ ਨੇ ਪਾਤਸ਼ਾਹ, ਮਨ ਗੁਰ ਮਿਲ ਕਾਜ ਸਵਾਰੇ। ਗੁਰੂ ਨਾਲ ਮਿਲ,
ਤੇ ਆਪਣੇ ਜੀਵਨ ਦੇ ਕਾਰਜ ਸਵਾਰ ਲੈ। ਜਿਹੜਾ ਤੇਰਾ ਮੇਨ ਕਾਰਜ ਹੈ ਮਾਨਸ ਜਨਮ ਕਾ ਇਹੀ ਲਾਓ। ਜਿਹੜਾ ਲਾਹਾ ਤੁਸੀਂ ਖੱਟ ਰਹੇ ਹੋ ਨਾ ਇਸ ਵੇਲੇ, ਦਰਅਸਲ ਇਹੀ ਲਾਹ ਹੈ, ਇਹੀ ਤੇਰੇ ਨਾਲ ਜਾਣਾ ਹੈ। ਤੇ ਅੱਗੋਂ ਸ਼ਬਦ ਦੀ ਆਰੰਭਤਾ ਵਿੱਚ ਕਬੀਰ ਸਾਹਿਬ ਕੀ ਕਹਿ ਰਹੇ ਨੇ? ਗੁਰ ਸੇਵਾ ਤੇ ਭਗਤ ਕਮਾਏ। ਮਹਾਰਾਜ ਕਹਿੰਦੇ ਨੇ ਕਬੀਰ ਸਾਹਿਬ, ਇਹ ਤੈਨੂੰ ਦੇਹ ਮਿਲੀ ਹੈ ਗੁਰੂ ਦੀ ਸੇਵਾ ਕਰਨ ਵਾਸਤੇ, ਭਗਤ ਕਮਾਈ ਤੇ ਭਗਤੀ ਕਰਨ ਵਾਸਤੇ, ਕਮਾਈ ਕਰਨ ਵਾਸਤੇ ਤੈਨੂੰ ਇਹ ਜੀਵਨ ਮਿਲਿਆ ਹੈ। ਤਬ ਇਹ ਮਾਨਸ ਦੇਹੀ ਪਾਈ, ਤਾਂ ਇਹ ਤੈਨੂੰ ਮਾਨਸ ਦੇਹ ਮਿਲੀ ਹੈ। ਸ਼ਾਇਦ ਸਾਨੂੰ ਸਾਰਿਆਂ ਨੂੰ ਹੀ ਪਤਾ ਹੋਏਗਾ, ਅਗਰ ਇਹ ਜੀਵਨ ਸਾਡਾ ਜਦੋਂ ਖਤਮ ਹੋਣਾ ਹੈ ਨਾ, ਅਗਰ ਇਸ 84 ਦੇ ਗੇੜ ਵਿੱਚੋਂ ਜੇ ਮਨੁੱਖਾ ਦੇਹੀ ਮਿਲੀ ਹੈ, ਅਗਰ ਇਹ ਸਾਡੇ ਹੱਥੋਂ ਨਿਕਲ ਗਈ ਨਾ, ਸਾਡਾ ਫਿਰ ਆਉਣ ਜਾਣ ਦਾ ਗੇੜ ਫਿਰ ਤਿਆਰ ਹੈ। 184 ਜੋਨ ਸੁਭਾਈ, ਮਾਨਸ ਕੋ ਪ੍ਰਭ ਦੀ ਵਡਿਆਈ, ਇਸ ਪੌੜੀ ਤੇ ਜੋ ਨਰ ਚੁੱਕੈ, ਸੋ ਆਏ ਜਾਏ ਦੁੱਖ ਪਾਏਂਦਾ। ਦੇਖੋ ਇਸ ਪੌੜੀ ਤੋਂ, ਅਗਰ ਇਹ 84 ਦੀ ਪੌੜੀਆਂ ਨੇ, ਤੁਸੀਂ ਚੰਗੇ ਗੁਣ ਬਣਾ ਰਹੇ ਹੋ ਨਾ, ਇਹ ਪੌੜੀਆਂ ਨੇ। ਅਗਰ ਚੰਗੇ ਗੁਣ ਬਣਾ ਕੇ ਇਸ ਜੀਵਨ ਦੀ ਬਾਜੀ ਨੂੰ ਜਿੱਤਣਾ ਅਸੀਂ, ਅਗਰ ਹਾਰ ਗਏ, ਇਸ ਪੌੜੀ ਤੇ ਜੋ ਨਰ ਚੁੱਕੈ, ਅਗਰ ਇਸ ਪੌੜੀ ਤੇ ਜਿਹੜਾ ਚੁੱਕ ਗਿਆ, ਉਹ ਫਿਰ ਆਉਣ ਜਾਣ ਦਾ ਦੁੱਖ ਉਹਦਾ ਫਿਰ ਲੱਗਿਆ ਹੀ ਰਹੇਗਾ। ਤੋ ਭਗਤ ਕਬੀਰ ਜੀ ਕਹਿੰਦੇ ਨੇ, ਗੁਰ ਸੇਵਾ ਤੇ ਭਗਤ ਕਮਾਏ, ਤਬ ਇਹ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰਹਿ ਦੇਵ। ਦੇਖੋ ਦੇਵਤੇ ਜਨ ਉਹ ਵੀ ਇਸ ਨਾ ਦੇਹੀ ਨੂੰ ਲੋਚਦੇ ਨੇ ਕਿ ਸਾਨੂੰ ਮਨੁੱਖਾ ਦੇਹੀ ਮਿਲੇ। ਕਿਉਂ ਲੋਚਦੇ ਨੇ? ਕਿਉਂਕਿ ਉਹਨਾਂ ਦਾ ਉਧਾਰ ਹੋ ਨਹੀਂ ਪਾ ਰਿਹਾ। ਪਰਮਾਤਮਾ ਦੇ ਘਰ ਜਾਣ ਦਾ ਇੱਕੋ ਤੇ ਇੱਕੋ ਰਸਤਾ ਹੈ, ਉਹ ਮਨੁੱਖਾ ਦੇਹੀ। ਭਾਵੇਂ ਕੋਈ ਪਸ਼ੂ ਹੈ, ਭਾਵੇਂ ਕੋਈ ਕੀੜਾ ਹੈ, ਭਾਵੇਂ ਕੋਈ ਰਾਖਸ਼ ਹੈ, ਭਾਵੇਂ ਕੋਈ ਦੇਵਤਾ ਹੈ, ਜਦ ਤੱਕ ਮਨੁੱਖ ਬਣੇਗਾ ਨਹੀਂ, ਮਨੁੱਖ ਤੋਂ ਹੀ ਪਰਮਾਤਮਾ ਦੇ ਨਾਲ ਮੇਲ ਹੋਣਾ ਹੈ। ਫਿਰ ਸਮਝੋ, ਅਗਰ ਦੇਵਤੇ ਵੀ ਲੋਚ ਰਹੇ ਨੇ, ਉਹ ਕਹਿ ਰਹੇ ਨੇ ਕਿ ਸਾਨੂੰ ਮਨੁੱਖਾ ਦੇਹੀ ਬਖਸ਼ੋ ਪਰਮਾਤਮਾ, ਜਦੋਂ ਤੁਸੀਂ ਸਾਨੂੰ ਮਨੁੱਖਾ ਦੇਹੀ ਦਿਓਗੇ, ਅਸੀਂ ਇਸ ਮਨੁੱਖਾ ਦੇਹੀ ਵਿੱਚ ਆ ਕੇ ਨਾ ਤੁਹਾਡਾ ਨਾਮ ਜਪਾਂਗੇ। ਇਸ ਦੇਹੀ ਕੋ ਸਿਮਰਹਿ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਅਸੀਂ ਤੁਹਾਡੀ ਆ ਕੇ ਹਰੀ ਦੇ ਪਿਆਰਿਆਂ ਦੀ, ਹਰੀ ਦੀ ਸੇਵਾ ਕਰਾਂਗੇ। ਦੇਖੋ ਜਦੋਂ ਸੰਸਾਰ ਵਿੱਚ ਬੰਦਾ ਆਇਆ ਨਾ, ਤੇ ਰੱਬ ਦੇ ਨਾਲ ਕੁਝ ਵਿਚਾਰ ਵਟਾਂਦਰਾ ਹੋਇਆ, ਤੇ ਬੈਠ ਕੇ ਵਿਚਾਰ ਵਟਾਂਦਰਾ ਹੋਇਆ, ਤੇ ਰੱਬ ਕਹਿੰਦਾ ਤੈਨੂੰ ਮੈਂ ਮਨੁੱਖਾ ਦੇਹੀ ਦੇਣੀ ਹੈ। ਮਨੁੱਖ ਕਹਿੰਦਾ ਇੱਕ ਸ਼ਰਤ ਤੇ, ਮੈਂ ਸੰਸਾਰ ਵਿੱਚ ਤੁਸੀਂ ਮੈਨੂੰ ਭੇਜ ਰਹੇ ਹੋ, ਮੇਰਾ ਅੰਨ ਤੇ ਬਸਤਰ ਦਾ ਜ਼ਿੰਮੇਵਾਰੀ ਤੁਸੀਂ ਲੈਣੀ ਹੈ, ਕੱਪੜੇ ਤੇ ਖਾਣ ਦੀ, ਜਿਹਨੂੰ ਇਸ ਤਰ੍ਹਾਂ ਕਹਿ ਲਓ ਰੋਟੀ ਕੱਪੜਾ ਮਕਾਨ। ਰੱਬ ਕਹਿੰਦਾ ਮੈਂ ਤੈਨੂੰ ਦਿੱਤਾ, ਪਰ ਇੱਕ ਵਾਅਦਾ ਕਰ ਮੇਰੇ ਨਾਲ। ਉਹ ਮਨੁੱਖ ਕਹਿੰਦਾ ਫਿਰ ਕੀ ਵਾਅਦਾ ਕਰਾਂ? ਉਹ ਭਾਈ ਗੁਰਦਾਸ ਜੀ ਨੇ ਆਪਣੀ ਕਵਿਤ ਸਵਈਏ ਵਿੱਚ ਇਹ ਜ਼ਿਕਰ ਕੀਤਾ ਹੈ। ਅਸਨ ਬਸਨ ਸੰਗ ਲੀਨੇ, ਉਹ ਬਚਨ ਕੀਨੇ, ਜਨਮ ਲੈ ਸਾਧ ਸੰਗ ਸ੍ਰੀ ਗੁਰ ਅਰਾਧ ਹੈ। ਇੱਕ ਮਨੁੱਖ ਨੇ ਇੱਕ ਬਚਨ ਕਰ ਦਿੱਤਾ ਸੰਸਾਰ ਵਿੱਚ, ਤੁਸੀਂ ਵੀ ਕੀਤਾ ਤੇ ਮੈਂ ਵੀ ਕੀਤਾ। ਹੇ ਪਰਮਾਤਮਾ, ਤੂੰ ਸਾਨੂੰ ਜਨਮ ਦੇ,
ਅਸਨ ਬਸਨ ਸੰਗ ਲੀਨੇ, ਅੰਨ ਤੇ ਵਸਤਰ ਤੂੰ ਸਾਨੂੰ ਨਾਲ ਦੇਣੇ ਨੇ। ਦੇਖੋ ਜਦੋਂ ਅਸੀਂ ਪੈਦਾ ਹੁੰਨੇ ਆ, ਠੀਕ ਹੈ ਅਸੀਂ ਨੰਗੇ ਆਏ ਹਾਂ, ਸਾਰੇ ਨੰਗੇ ਹੀ ਆਉਂਦੇ ਨੇ, ਪਰ ਉਸ ਤੋਂ ਬਾਅਦ ਅੰਨ ਵਸਤਰ ਦਾ ਸਾਰਾ ਇੰਤਜ਼ਾਮ ਪਰਮਾਤਮਾ ਕਰਦਾ ਹੈ। ਰੋਜ਼ ਪੜੀਦਾ ਤੂੰ ਕਾਹੇ ਡੋਲੇ ਪ੍ਰਾਣੀਆਂ, ਤੁਧ ਰਾਖੇਗਾ ਸਿਰਜਨਹਾਰ, ਜਿਨ ਪੈਦਾਇਸ਼ ਤੂੰ ਕੀਆ ਸੋਈ ਦੇ ਆਧਾਰ। ਜਿਨਨੇ ਪੈਦਾਇਸ਼ ਕੀਤੀ ਹੈ ਉਹ ਸਾਡੀਆਂ ਚੀਜ਼ਾਂ ਦਾ ਵੀ ਧਿਆਨ ਰੱਖਦਾ ਹੈ। ਇਹ ਮਤ ਸੋਚੋ ਕਿ ਮੈਂ ਘਰ ਦਾ ਮੁਖੀ ਹਾਂ, ਮੈਂ ਚਲਾ ਰਿਹਾ, ਇਹ ਭੁਲੇਖਾ ਵੀ ਕੱਢ ਦੇਣਾ, ਮੈਨੂੰ ਖਿਮਾ ਕਰ ਦੇਣਾ। ਜਿਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪੈਨਨ ਖਾਣ, ਆਪਣੇ ਦਾਸ ਕੀ ਆਪ ਐਜ ਰਾਖੀ, ਨਾਨਕ ਸਦ ਕੁਰਬਾਨ। ਜਦੋਂ ਸੰਸਾਰ ਵਿੱਚ ਜੀਵ ਆਇਆ ਤੇ ਅੰਨ ਤੇ ਬਸਰ ਦੀ ਡਿਊਟੀ ਪਰਮਾਤਮਾ ਨੇ ਧੁਰੋਂ ਲੈ ਲਈ, ਪਰ ਇੱਕ ਵਾਅਦਾ ਕੀਤਾ ਇਸ ਮਨੁੱਖ ਨੇ ਕਿ ਮੈਂ ਕੀ ਕੀਤਾ, ਜਨਮ ਲੈ ਸਾਧ ਸੰਗ ਸ੍ਰੀ ਗੁਰੂ ਆਰਾਧ ਹੈ, ਕਿ ਮੈਂ ਆ ਕੇ ਪਰਮਾਤਮਾ ਤੇਰੇ ਨਾਮ ਦਾ ਸਿਮਰਨ ਜ਼ਰੂਰ ਕਰਾਂਗਾ। ਹਰ ਇੱਕ ਅਸੀਂ ਵਾਅਦਾ ਕਰਕੇ ਆਏ ਹਾਂ, ਤਾਂ ਸਾਨੂੰ ਮਨੁੱਖਾ ਦੇਈ ਮਿਲੀ ਹੈ। ਇਹ ਮੈਂ ਨਹੀਂ ਕਹਿ ਰਿਹਾ, ਬਾਣੀ ਕਹਿ ਰਹੀ ਹੈ। ਵਿੱਚੋਂ ਗਰਭੇ ਨਿਕਲ ਆਇਆ, ਖਸਮ ਵਿਸਾਰ ਦੁਨੀ ਚਿਤ ਲਾਇਆ। ਜਦੋਂ ਅਸੀਂ ਗਰਭ ਦੇ ਵਿੱਚੋਂ ਬਾਹਰ ਆਏ, ਦੁਨੀਆ ਦੇ ਨਾਲ ਚਿਤ ਲਾ ਲਿਆ। ਪਹਿਲੇ ਪਿਆਰ ਲਗਾ ਥਨ ਦੁੱਧ, ਦੂਜੇ ਮਾਈ ਬਾਪ ਕੀ ਸੁਧ, ਤੀਜੇ ਭਈਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇਡ, ਪੰਜਵੇਂ ਖਾਨ ਪੀਆ ਕੀ ਤਾਤ, ਛੇਵੇਂ ਕਾਮ ਨਾ ਪੁੱਛਣ ਜਾਤ, ਸਤਵਾਂ ਸੰਜ ਕੀਆ ਕਰਵਾਸ, ਅੱਠਵੇਂ ਕ੍ਰੋਧ ਹੁਆ ਤਨਾਸ, ਨੌਵੇਂ ਧੋਲੇ ਉੱਬੇ ਸ਼ਾਹ, ਦਸਵੇਂ ਦੱਦਾ ਹੁਆ ਸਵਾ। ਸਾਨੂੰ ਆਂਦਿਆਂ ਹੀ ਕੀ ਹੋਇਆ, ਮਾਂ ਦੇ ਥਣਾ ਦੀ ਦੁੱਧ ਸਾਨੂੰ ਲੱਗ ਗਿਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਬੱਚਾ ਆਉਂਦਾ ਰੋਂਦਾ, ਉਹ ਤੇ ਦਰਅਸਲ ਆਪਣੇ ਉਸ ਪਰਮਾਤਮਾ ਤੋਂ ਵਿਛੜ ਕੇ ਰੋ ਰਿਹਾ ਸੀ, ਪਰ ਇੱਥੇ ਆ ਕੇ ਕੀ ਹੋਇਆ, ਇੱਥੇ ਉਹਨੂੰ ਲਿਵ ਛੁੜਕੀ ਤ੍ਰਿਸ਼ਨਾ ਲੱਗੀ, ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਤਰ ਵਿਸਰੇ ਮੋਹ ਉਪਜੇ, ਭਾਉ ਦੂਜਾ ਲਾਇਆ। ਕਹੈ ਨਾਨਕ ਗੁਰ ਪ੍ਰਸਾਦੀ, ਜਿਨ੍ਹਾਂ ਲਿਵ ਲਾਗੀ, ਤਿੰਨੀ ਵਿੱਚੇ ਮਾਇਆ ਪਾਇਆ। ਜਦੋਂ ਸੰਸਾਰ 'ਚ ਬੰਦਾ ਆਂਦਾ ਹੈ, ਭੁੱਲ ਜਾਂਦਾ ਵਾਅਦਾ ਪਰਮਾਤਮਾ ਦਾ ਕਿ ਮੈਂ ਪਰਮਾਤਮਾ ਕੋਲੋਂ ਵਾਅਦਾ ਕਰਕੇ ਆਇਆ ਸੀ। ਇਹ ਤੇ ਇੱਕ ਪਾਣੀ ਨੇ ਵੀ ਜਾਮਨ ਪਾਇਆ ਸਾਡਾ। ਜਦੋਂ ਜੀਵ ਦਾ ਜਨਮ ਨਹੀਂ ਹੋ ਰਿਹਾ ਸੀ ਨਾ, ਪਰਮਾਤਮਾ ਨੇ ਕਿਹਾ ਸੀ ਇਹ ਜੀਵਾਂ ਨੂੰ ਤੇ ਮੈਂ ਪੈਦਾ ਕਰਨਾ ਵਾ, ਪਰ ਮੈਨੂੰ ਭੁੱਲ ਜਾਂਦੇ ਨੇ, ਇਹ ਮੈਨੂੰ ਯਾਦ ਹੀ ਨਹੀਂ ਕਰਦੇ। ਇਹ ਤੇ ਮਾਇਆ ਦੇ ਵਿੱਚ ਇਤਨੇ ਮਸਤ ਹੋ ਜਾਂਦੇ ਨੇ। ਉਸ ਵੇਲੇ ਜਲ ਨੇ, ਪਾਣੀ ਨੇ ਸਾਡੀ ਇੱਕ ਜਾਮਣ ਭਰੀ ਸੀ, ਜਿਹਨੂੰ ਕਹਿੰਦੇ ਨੇ ਗਰੰਟੀ ਲੈਣਾ। ਤੇ ਪਾਣੀ ਨੇ ਕਿਹਾ ਸੀ ਰੱਬਾ ਇਸ ਜੀਵ ਨੂੰ ਪੈਦਾ ਕਰ ਦੇ, ਇਤਨੀ ਗੱਲ ਦੀ ਮੈਂ ਗਰੰਟੀ ਦੇਣਾ ਵਾ, ਜਦੋਂ ਇਹ ਸਵੇਰੇ ਉੱਠ ਕੇ ਇਸ਼ਨਾਨ ਕਰੇਗਾ ਨਾ, ਭਾਵੇਂ ਕੁਛ ਦਿਨ ਵਿੱਚ ਜਪੇ ਨਾ ਜਪੇ, ਜਦੋਂ ਜਲ ਦਾ ਲੋਟਾ ਆਪਣੇ ਸਰੀਰ ਤੇ ਪਾਏਗਾ, ਇੱਕ ਵਾਰੀ ਮੁਖੋਂ ਮੈਂ ਵਾਹਿਗੁਰੂ ਸਤਨਾਮ ਰਾਮ ਦਾ ਨਾਮ ਇਹਦੇ ਮੁਖ ਤੋਂ ਕਢਾ ਦਾਂਗਾ। ਹੁੰਦਾ ਐਵੇਂ ਹੀ ਜੇ ਤੁਸੀਂ ਵੀ ਇਸ਼ਨਾਨ ਕਰਦੇ ਹੋ ਤੇ ਜਦੋਂ ਜਲ ਦਾ ਭਾਂਡਾ ਪਾਉਂਦੇ ਹੋ ਤੇ ਤੁਹਾਨੂੰ ਉਸ ਵੇਲੇ ਕੀ ਹੁੰਦਾ ਹੈ, ਇੱਕ ਵਾਰੀ ਮੁਖੋਂ ਰਾਮ ਨਿਕਲ ਆਉਂਦਾ ਹੈ। ਇਹ ਜਲ ਦਾ ਜਾਮਣ ਹੈ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਅਸਨ ਬਸਨ ਸੰਗ ਲੀਨੇ, ਉਹ ਬਚਨ ਕੀਨੇ, ਜਨਮ ਲੈ ਸਾਧ ਸੰਗ ਸ੍ਰੀ ਗੁਰੂ ਆਰਾਧ ਹੈ। ਹੋਇਆ ਕਿ ਇਹਾਂ ਆਏ ਦਾਤਾ ਬਿਸਰਾਏ। ਇਹਾਂ ਭਾਵ ਜਗਤ ਵਿੱਚ ਜਦੋਂ ਬੰਦਾ ਆਇਆ, ਦਾਤੇ ਨੂੰ ਵਿਸਾਰ ਦਿੱਤਾ, ਔਰ ਜਿਹੜੀਆਂ ਦਾਤਾਂ ਸੀ ਉਹਦੇ ਨਾਲ ਲਿਬੜ ਗਿਆ। ਜਿਸ ਦੇਵੇ ਤਿਸੇ ਨਾ ਜਾਣਾ, ਮੂੜਾ ਦਿੱਤੇ ਨੂੰ ਲਪਟਾਏ। ਜਿਹੜੀਆਂ ਚੀਜ਼ਾਂ ਪ੍ਰਮਾਤਮਾ ਨੇ ਦਿੱਤੀਆਂ ਸੀ ਉਹਦੇ ਨਾਲ ਤੇ ਲਿਪਟ ਗਿਆ, ਪਰ ਜਿੰਨੇ ਦਿੱਤੀਆਂ ਸੀ ਉਹਨੂੰ ਭੁੱਲ ਗਿਆ। ਜਿੰਨੇ ਪਰਮਾਤਮਾ ਨੇ ਚੀਜ਼ਾਂ ਦਿੱਤੀਆਂ ਸੀ ਉਹਨੂੰ ਭੁੱਲ ਗਿਆ, ਔਰ ਜਿਹੜੀਆਂ ਚੀਜ਼ਾਂ ਦਿੱਤੀਆਂ ਸੀ ਉਹਦੇ ਨਾਲ ਲਿਪਟ ਗਿਆ। ਦਾਤ ਪਿਆਰੀ ਵਿਸਰਿਆ ਦਾ ਤਾਰਾ, ਜਾਣੇ ਨਹੀਂ ਮਰਨ ਵਿਚਾਰਾ। ਭੁੱਲ ਗਿਆ। ਇਹਾਂ ਆਏ, ਜਦੋਂ ਜਗਤ ਵਿੱਚ ਆਇਆ, ਭਾਈ ਗੁਰਦਾਸ ਜੀ ਕਹਿੰਦੇ ਨੇ ਦਾਤਾ ਵਿਸਰਾਏ,
सब तो पहला उन्हें रब नूं विसार दिता कि रब्बा तू हुण अपने घर ते मैं अपने घर। हुण मैनू दुनिया दियां रंग तमाशे बड़े अच्छे लग रहे हैं। इहां आए दाता बिसराए, दासी लपटाए, पंच दूत भूत भरमत असाध हैं। पंजे विकार मेरे ते हावी हो गए। मैं ऐसा चिमड़िया, परिवार दे विच इतना ग्रस्त हो गया, कम्मां दे विच इतना ग्रस्त हो गया, काम वासना क्रोध लोभ मोह अहंकार ये मेरे ते इतने हावी हो गए। जदों मैं परमात्मा दा नाम जपां ये चीज़ां आके मैनू तंग करन लग पईयां। तां ही गुरबाणी विच गुरु साहब कहंदे ने ना, काम क्रोध लोभ झूठ निंदा इनते आप छडावो, ये भीतर ते इनको डारो, आपन निकट बुलावो। मनु पंजां नू अपने तो कढ दवो। पंच बिखादी एक गरीबा, राखो राखण हारे। ये महाराज पंज ने, ये रोज ही झगड़े करते ने। एक स्वान दोए स्वानी नाल ये सवेरे उठ के एक आशा ते तृष्णा दियां कुत्तियां, एक लोभ दा कुत्ता मेरे अंदर भौंक पैंदे ने, जिदे करके मैं परमात्मा तेरे तो विछड़ जाना वा। ये पंजे विकार मैनू आके घेरा पा लेंदे ने। फौजां इन्हां दियां इतनियां ने कि मैनू तेरा नाम नहीं जपण देंदे। इहां आए दाता बिसराए, दासी लपटाए, पंच दूत भूत भरमत असाध है। तो अगों कहंदे ने साच मरनो बिसार, जिहड़ा सच सी ना मौत, ਉਹਨੂੰ ਅਸੀਂ ਤੁਸੀਂ ਸਾਰੇ ਵਿਸਾਰ ਬੈਠੇ ਹਾਂ। ਠੀਕ ਹੈ, ਮੈਂ ਵੀ ਸ਼ਮਸ਼ਾਨ ਘਾਟ ਕਈਆਂ ਨੂੰ ਕੰਦਾ ਦੇਣ ਵਾਸਤੇ ਨਾਲ ਜਾਈਦਾ, ਸਗੇ ਸੰਬੰਧੀ ਬਣ ਕੇ। ਤੁਸੀਂ ਵੀ ਜਾਂਦੇ ਹੋਣੇ ਹੋ, ਪਰ ਅਸੀਂ ਭੁੱਲ ਜਾਂਦੇ ਹਾਂ ਕਿ ਇੱਕ ਦਿਨ ਅਸੀਂ ਵੀ ਉਸ ਸਥਾਨ ਤੇ ਪਹੁੰਚਣਾ ਹੈ। ਸਾਚ ਮਰਨੋਂ ਵਿਸਾਰ, ਜਿਹੜਾ ਸੱਚ ਹੈ। ਮਰਨ ਲਿਖਾਏ मंडल में आए। मौत लिखी सी ते असीं आए हाँ, पर असीं सब मौत भुल बैठे। जदों सिखा तैनूं मौत याद होएगी, उस वेले तैनूं परमात्मा कदी भुलेगा नहीं। बंदा उदों ही माड़े काम करता है जदों वह मौत तो दूर हो जाता है। भाई गुरदास जी कहते ने साच मरनों विसार। सच जेड़ा मूले खतरी नूं गुरु नानक पातशाह ने की कहा सी, यही तो कहा सी कि जदों मरदाने नूं भेजिया कि सच ते झूठ खरीद के लिया, तो उन्हें यही कहा सी कि मरना सच ते जीना झूठ। ये जो मिथ्या संसार देख रहे हैं ना, सब झूठ है, नाशवंत है, ये मिथ्या है। एक दिन सब ने नाश हो जाना है। मेरे तो वड्डे वडेरे सब चले गए, कित्थे तैंडे मापियां जिन्नी तू जाना ओए, तै पासों ओ लद के तू अजे ना पतिड़ो ओए। जिथे मेरे दादे परदादे दी घर फोटो लगी है, कल मेरी भी लगनी है। दसो नहीं लगनी? लगनी है। ये नहीं पता कदों लगनी, क्या जाना कि मरेंगे कैसा मरना होए। जेकर साए मन हो ना विसरे तां सहला मरना होए। मरना सब ने है, सबना मरना आया विछोड़ा सबना। सबना सोरे वंजना, सब मुकलावन हार, सब दा मुकलावा होना है। मत सोचियो कि मेरे वड्डे वडेरे चले गए ने ते मैं नहीं जाना। मेरे अखां ने देखदियां देखदियां किन्ने चले गए ने। देखत नैन चलियो जग जाई, मेरे अखां ने वेखदियां वेखदियां किन्ने चले गए ने। वो सच सी। जो असी संसार वेख रहे हैं ये झूठ है, ये बिनसन हार है। असी बिनसन हार दे नाल जुड़ गए। महाराज कहते ने साच मरनों विसार, जीवन मिथ्या संसार। ये संसार मिथ्या है, नाशवंत है। समझे ना जीत हार, सुपन समाध है। तू समाधि अपनी एक सुपने दी, कुछ बंदा सुपने विच राजा बनया हुंदा ना, तो सवेर होंदी है तो वेखदा ओए मैं तो राजा तो मैनूं सुपना ही सी। सुपने सच नहीं होंदे ना। तो इस तरह ये जीवन भी सच नहीं है, सुपने दे न्यायी है। ज्यों सुपना और पेखना
ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਸੰਸਾਰ ਇੱਕ ਸੁਪਨਾ ਹੈ, ਸੁਪਨੇ ਵਿੱਚ ਅਸੀਂ ਸੱਚ ਸਮਝ ਲਿਆ। ਕਿਸੇ ਨੂੰ ਨਾ, ਮੈਨੂੰ ਥੋੜੀ ਮਜ਼ਾਕ ਵਾਲੀ ਗੱਲ ਹੈ ਪਰ ਸੇਧ ਆਂਦੀ ਹੈ। ਕਿਸੇ ਮਹਾਂਪੁਰਖਾਂ ਕੋਲ ਕੋਈ ਗਿਆ, ਕਹਿਣ ਲੱਗਾ ਮਹਾਰਾਜ ਸੁਪਨੇ ਬੜੇ ਆਉਂਦੇ ਨੇ। ਕਹਿੰਦੇ ਕੀ ਸੁਪਨੇ ਆਉਂਦੇ ਨੇ? ਕਹਿੰਦੇ ਨੇ ਸੁਪਨੇ ਆਉਂਦੇ ਨੇ ਕਿ ਇਤਨੀ ਮਾਇਆ ਮੇਰੇ ਕੋਲ ਇਕੱਠੀ ਹੋ ਜਾਂਦੀ ਹੈ। ਕਹਿੰਦੇ ਨੇ ਅੱਛਾ। ਕਹਿੰਦੇ ਨੇ ਫੇਰ? ਕਹਿੰਦੇ ਨੇ ਇੰਨੀ ਮਾਇਆ ਇਕੱਠੀ ਹੁੰਦੀ ਹੈ ਤੇ ਫਿਰ ਪਤਾ ਕੀ ਹੁੰਦਾ, ਹਨੇਰੀ ਆਂਦੀ ਉੜ ਜਾਂਦਾ, ਸਾਰੀ ਮਾਇਆ ਉੜ ਜਾਂਦੀ ਹੈ। ਤੇ ਮਹਾਂਪੁਰਖ ਕਹਿੰਦੇ ਨੇ ਸਿੱਖਾ ਕੀ ਅਰਦਾਸ ਕਰੀਏ ਕਿ ਇਹ ਸੁਪਨੇ ਨਾ ਆਉਣ? ਕਹਿੰਦਾ ਮਹਾਂਪੁਰਖੋ ਸੁਪਨੇ ਤੇ ਆਉਣ, ਮਾਇਆ ਵੀ ਆਵੇ ਪਰ ਹਨੇਰੀ ਨਾ ਆਵੇ। ਭਾਵ ਕਿ ਬੰਦਾ ਮਾਇਆ ਵਿੱਚ ਖਚਤ ਹੋ ਕੇ ਸੁਪਨੇ ਵੀ ਮਾਇਆ ਦੇ ਦੇਖਦਾ ਹੈ। ਦੇਖੋ ਜਦੋਂ ਅਸੀਂ ਸਾਰਾ ਦਿਨ ਮਾਇਆ 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 ਕਰਾਂਗੇ ਨਾ ਤੇ ਸਾਡੇ ਸੁਪਨੇ ਵਿੱਚ ਵੀ ਮਾਇਆ ਆਏਗੀ। ਜੇ ਤੁਸੀਂ ਸਾਰਾ ਦਿਨ ਰਾਮ 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 ਕਰੋਗੇ ਨਾ, ਕੰਮ ਵੀ ਕਰੋਗੇ ਹਾਥ ਪਾਉਂ ਕਰ ਕਾਮ ਸਭ ਚੀਤ ਨਿਰੰਜਨ ਨਾਲ, ਤੇ ਉਸ ਵੇਲੇ ਤੁਸੀਂ ਰਾਤੀ ਸੁਪਨੇ ਵਿੱਚ ਵੀ ਨਾ ਜਪਜੀ ਸਾਹਿਬ ਦਾ ਪਾਠ ਕਰ ਰਹੇ ਹੋਵੋਗੇ। ਸੁਪਨੇ ਹੋ ਬੜਾਏ ਕੇ ਜੇ ਮੁਖ ਨਿਕਸੈ ਰਾਮ, ਤਾਂ ਕੇ ਪੱਕੀ ਪਾ ਨਹੀਂ ਮੇਰੇ ਤਨ ਕੋ ਚਾਮ। ਕਬੀਰ ਸੁਪਨੇ ਹੋ ਬੜਾਏ ਕੇ, ਜਿਹੜੇ ਸੁਪਨੇ 'ਚ ਬੜਾ ਕੇ ਵਾਹਿਗੁਰੂ ਵਾਹਿਗੁਰੂ ਰਾਮ ਦਾ ਨਾਮ ਕਹਿੰਦੇ ਨੇ ਨਾ, ਜਿਨ੍ਹਾਂ ਦੇ ਮੁਖ ਤੋਂ ਪਰਮਾਤਮਾ ਦਾ ਨਾਮ ਨਿਕਲਦਾ ਹੈ, ਕਹਿੰਦੇ ਨੇ ਮੇਰਾ ਚਿੱਤ ਕਰਦਾ ਮੈਂ ਆਪਣੇ ਤਨ ਦੀਆਂ ਜੁੱਤੀਆਂ ਬਣਾ ਕੇ ਮੈਂ ਉਸ ਗੁਰਸਿੱਖ ਦੇ ਪੈਰੀ ਤੇ ਪਾ ਦੇਵਾਂ ਜਿਹਦੇ ਮੁਖ ਤੋਂ ਰਾਮ ਦਾ ਨਾਮ ਲਿਖ। ਕਬੀਰ ਸੋਈ ਮੁਖ ਧਨ ਹੈ, ਜੇ ਮੁਖ ਕਹੀਏ ਰਾਮ ਦੇਹੀ ਕਿਸ ਕੀ ਬਾਪਰੀ, ਪਵਿੱਤਰ ਹੋਏ ਕੋ ਗ੍ਰਾਮ। ਕਬੀਰ ਸਾਹਿਬ ਕਹਿੰਦੇ ਨੇ ਜਿਹਦੇ ਮੁਖ ਤੋਂ ਰਾਮ ਦਾ ਨਾਮ ਨਿਕਲਦਾ ਹੈ ਉਹਨੇ ਕੀ ਪਵਿੱਤਰ ਹੋਣਾ ਹੈ? ਜਿਸ ਸ਼ਹਿਰ ਵਿੱਚ ਰਹਿ ਰਿਹਾ ਉਹ ਸਾਰਾ ਸ਼ਹਿਰ ਹੀ ਪਵਿੱਤਰ ਹੋ ਜਾਏਗਾ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੋ ਇੱਥੇ ਮਹਾਰਾਜ ਇਹ ਸਮਝਾਣਾ ਕਰ ਰਹੇ ਨੇ ਕਿ ਸਾਚ ਮਰਨੋਂ ਵਿਸਾਰ, ਜੀਵਨ ਮਿਥਿਆ ਸੰਸਾਰ, ਸਮਝੇ ਨਾ ਜੀਤ ਹਾਰ, ਸੁਪਨ ਸਮਾਧ ਹੈ। ਇਹ ਜਿਹੜਾ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਨਾ, ਇਹ ਸੁਪਨਾ ਹੈ। ਔਸਰ ਹੋਏ ਹੋ ਬਤੀਤ, ਔਸਰ ਹੁੰਦਾ ਅਵਸਰ, ਚਾਂਸ। ਇਹ ਜਿਹੜਾ ਚਾਂਸ ਮਿਲਿਆ ਸੀ ਨਾ, ਅਸੀਂ ਰੱਬ ਕੋਲੋਂ ਇੱਕ ਵਾਅਦਾ ਕਰਕੇ ਆਏ ਕਿ ਰੱਬ ਤੂੰ ਸਾਨੂੰ ਜਨਮ ਦੇ, ਅਸੀਂ ਇੱਥੇ ਆ ਕੇ ਤੇਰਾ ਸਵਾਸ ਸਵਾਸ ਨਾਮ ਜਪਾਂਗੇ। ਹਰ ਇੱਕ ਕੋਈ ਵਾਅਦਾ ਕਰਕੇ ਆਇਆ ਤੇ ਇੱਥੇ ਆ ਕੇ ਗੁਰੂ ਸਾਹਿਬ ਨੇ ਸਾਨੂੰ ਰਿਬੇਟ ਵੀ ਦੇ ਦਿੱਤੀ। ਚਲੋ ਧੰਦਿਆਂ ਵਿੱਚੋਂ ਕਾਰੋਬਾਰ ਨੇ, ਘਰ-ਬਾਰ ਹੈ, ਤੁਸੀਂ ਚਲੋ ਨਹੀਂ ਸਾਰਾ ਦਿਨ ਜਪ ਸਕਦੇ ਨਾ, ਘੱਟੋ ਘੱਟ ਉਹਦਾ ਦਸਵੰਤ 2.5 ਘੰਟੇ ਤੇ ਦੇਵੋ। ਜਿਸ ਤਰ੍ਹਾਂ ਇੱਕ ਸਿੱਖ ਆਪਣੀ ਕਮਾਈ ਦਾ ਦਸਵੰਤ ਕੱਢਦਾ ਹੈ ਤੇ ਸਵਾਸਾਂ ਦਾ ਦਸਵੰਤ ਤੇ ਦੋ, ਤਾਂ ਹੀ ਬੁੱਧੀ ਜੀਵਿਆਂ ਨੇ ਨਿਤਨੇਮ ਬਣਾਇਆ। ਸਵੇਰੇ ਨੇਮ ਹੈ, ਨਿਤਨੇਮ ਹੈ, ਸ਼ਾਮ ਨੂੰ ਸੰਧਿਆ ਦਾ, ਸੋਦਰ ਦਾ ਟਾਈਮ, ਰਾਤ ਨੂੰ ਸੋਹਿਲਾ। ਬਈ 2.5 ਘੰਟੇ ਪਰਮਾਤਮਾ ਨੂੰ ਅਸੀਂ ਦੇਣੇ ਨੇ। ਇਤਨੀ ਰਿਬੇਟ ਤੋਂ ਬਾਅਦ ਵੀ ਜੇ ਅਸੀਂ ਨਹੀਂ ਜਪ ਰਹੇ ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਔਸਰ ਹੋਏ ਹੈ ਬਤੀਤ, ਤੇਰਾ ਅਵਸਰ ਨਾ ਹੁਣ ਜਾਈ ਜਾ ਰਿਹਾ ਹੈ, ਹੁਣ ਅਵਸਰ ਜਾ ਰਿਹਾ ਹੈ। ਲੀਜੀਏ ਜਨਮ ਜੀਤ, ਅਰੇ ਬਾਜੀ ਜੀਵਨ ਦੀ ਜਿੱਤ ਲੈ। ਕੀਜੀਏ ਸਾਧ ਸੰਗ, ਸਾਧ ਸੰਗ ਕਰ ਲੈ। ਇਹ ਬਾਜੀ ਨੂੰ ਜਿੱਤਣਾ ਹੀ ਨਾ, ਆਪਣਾ ਵਾਦਾ ਖਲਾਸੀ ਨਹੀਂ ਕਰਨਾ ਚਾਹੁੰਦਾ ਪਰਮਾਤਮਾ ਦੇ ਨਾਲ, ਪਰਮਾਤਮਾ ਅੱਗੇ ਕਿਰਤਕਨ ਨਹੀਂ ਬਣਨਾ ਚਾਹੁੰਦਾ। ਕਿਰਤਕਨ ਕੌਣ ਹੁੰਦਾ ਹੈ? ਜਿਹੜਾ ਪਰਮਾਤਮਾ ਦੀ ਕੀਤੀਆਂ ਨੂੰ ਨਾ ਜਾਣੇ। ਜਿਸ ਤਰ੍ਹਾਂ ਤੁਸੀਂ ਕਿਸੇ ਤੇ ਇਹਸਾਨ ਕਰੋ, ਕੁਝ ਉਹਦੇ ਉੱਤੇ ਮਿਹਰਬਾਨੀ ਕਰ ਦਿਓ, ਕੋਈ ਪੈਸੇ ਭੰਜੋ ਜਾਂ ਕੁਝ ਵੀ, ਤੇ ਜੇ ਉਹ ਤੁਹਾਨੂੰ ਆ ਕੇ ਅੱਖਾਂ ਵਿਖਾਏ ਤੇ ਅਸੀਂ ਕੀ ਕਹਿੰਦੇ ਆ, ਬਾਈ ਬੜਾ ਕਿਰਤਕਨ ਹੈ, ਮੈਂ ਤੇ ਇਹਦੀ ਔਖੇ ਵੇਲੇ ਮਦਦ ਕੀਤੀ, ਇਹ ਮੈਨੂੰ ਅੱਖਾਂ ਦਿਖਾ ਰਿਹਾ। ਤੇ ਇਹ ਵੀ ਗੱਲ ਸੋਚੀਏ, ਜੇ ਰੱਬ ਨੂੰ ਅਸੀਂ ਜਿਹੜਾ ਵਾਅਦਾ ਕਰਕੇ ਆਏ ਹਾਂ ਇਹ ਮਨੁੱਖਾਂ ਦੇ ਲਈ ਹੈ, ਤੇ ਜੇ ਅਸੀਂ ਨਹੀਂ ਕਰ ਰਹੇ ਤੇ ਅਸੀਂ ਵੀ ਕਿਰਤਕਨ ਹਾਂ। ਤੇ ਕਹਿੰਦੇ ਨੇ ਔਸਰ ਹੋਏ ਹੈ ਬਤੀਤ, ਲੀਜੀਏ ਜਨਮ ਜੀਤ, ਕੀਜੀਏ ਸਾਧ ਸੰਗ, ਪ੍ਰੀਤ ਅਗਮ ਅਗਾਧ ਹੈ। ਉਸ ਪਰਮਾਤਮਾ ਦੇ ਨਾਲ ਪ੍ਰੀਤ ਪਾਲਾ ਹੈ। ਤੋ ਭਗਤ ਕਬੀਰ ਜੀ ਇਸ ਸ਼ਬਦ ਵਿੱਚ ਇਹੀ ਕਹਿ ਰਹੇ ਹਨ ਕਿ ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਇਸ ਦੇਹੀ ਕੋ ਸਿਮਰਹਿ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਭਜੋ ਗੋਬਿੰਦ
ਭੂਲ ਮਤ ਜਾਓ ਮਾਨਸ ਜਨਮ ਕਾ ਇਹੀ ਲਾਓ। ਇੱਕ ਮਾਨਸ ਜਨਮ ਦਾ ਇਹੀ ਲਾਹੀ, ਜੇ ਹੁਣ ਨਹੀਂ ਜਪੇਗਾ ਨਾ ਨਾਮ ਤੇ ਫਿਰ ਜਦੋਂ ਤੇਰੀ ਉਮਰ ਬੀਤ ਜਾਣੀ ਹੈ ਤੂੰ ਨਾਮ ਨਹੀਂ ਜਪ ਪਾਏਗਾ। ਅੱਗੋਂ ਕਹਿੰਦੇ ਨੇ ਜਬ ਲਗ ਜਰਾ ਰੋਗ ਨਹੀਂ ਆਇਆ ਤਬ ਲਗ ਕਾਲ ਗ੍ਰਸੀ ਨਹੀਂ ਆਇਆ। ਜਦੋਂ ਤੱਕ ਤੇਰੇ ਅੰਦਰ ਬੁਢਾਪੇ ਦਾ ਰੋਗ ਨਹੀਂ ਆਇਆ ਨਾ, ਜਬ ਲਗ ਜਰਾ ਰੋਗ, ਬੁਢਾਪਾ ਵੀ ਆਪਣੇ ਆਪ ਵਿੱਚ ਰੋਗ ਹੈ। ਕੋਈ ਇਹ ਨਹੀਂ ਕਿ ਬੁਢਾਪਾ ਹੀ ਰੋਗ ਹੈ। ਉਸ ਵੇਲੇ ਕੀ ਹੁੰਦਾ ਹੈ ਜਦੋਂ ਬੰਦਾ ਹਾਰ ਜਾਂਦਾ ਹੈ ਆਪਣੀ ਸੱਤਿਆ ਸਰੀਰ ਦੀ, ਫਿਰ ਕੀ ਹੁੰਦਾ? ਇੱਕ ਭਗਤ ਭੀਖਨ ਜੀ ਦਾ ਸ਼ਬਦ ਤੁਹਾਨੂੰ ਯਾਦ ਹੋਣਾ ਹੈ, ਨੈਨੋ ਨੀਰ ਬਹੈ ਤਨ ਖੀਨਾ ਭਏ ਕੇਸ ਦੁਦਵਾਨੀ ਰੁਦਾ ਕੰਠ ਸ਼ਬਦ ਨਹੀਂ ਉਚਰੇ ਅਬ ਕਿਆ ਕਰੇ ਪ੍ਰਾਣੀ। ਜਦੋਂ ਅਸੀਂ ਬੁੱਢੇ ਹੋ ਜਾਣਾ ਨਾ, ਜਦੋਂ ਉਮਰ ਜ਼ਿਆਦਾ ਹੋ ਜਾਣੀ ਹੈ, ਉਦੋਂ ਅੱਖਾਂ ਵਿੱਚੋਂ ਆਪਣੇ ਆਪ ਹੀ ਪਾਣੀ ਵਹਿੰਦਾ ਰਹਿਣਾ। ਨੈਨੋ ਨੀਰ ਬਹੈ, ਨੈਣਾ ਦੇ ਵਿੱਚੋਂ ਨੀਰ ਪਏ, ਨੈਨੋ ਨੀਰ ਬਹੈ ਤਨ ਖੀਨਾ, ਤਨ ਕਮਜ਼ੋਰ ਲਿੱਸਾ ਹੋ ਜਾਣਾ। ਤਨ 'ਚ ਜਾਨ ਰਹਿਣੀ ਨਹੀਂ, ਸੱਤਿਆ ਰਹਿਣੀ ਨਹੀਂ। ਪਏ ਕੇਸ ਦੁੱਧਵਾਨੀ, ਕੇਸ ਸਾਡੇ ਚਿੱਟੇ ਹੋ ਜਾਣੇ ਨੇ। ਠੀਕ ਹੈ ਅਸੀਂ ਕਾਲੇ ਕਰ ਲੈਣੇ, ਪਰ ਸੱਚਾਈ ਤੇ ਉਹੀ ਹੋਈ ਹੈ ਨਾ। ਦੇਖ ਫਰੀਦਾ ਜੂ ਥੀਆ ਦਾੜੀ ਹੋਈ ਪੂਰ, ਅੱਗੋਂ ਨੇੜਾ ਆਇਆ ਪਿੱਛੋਂ ਰਿਹਾ ਦੂਰ। ਹੁਣ ਮੇਰੇ ਚਿੱਟੇ ਵਾਲ ਆਏ ਨੇ ਤੇ ਇਹ ਸੰਦੇਸ਼ਾ ਹੈ ਕਿ ਅੱਗੋਂ ਹੁਣ ਨੇੜਾ ਹੀ, ਪਿੱਛੋਂ ਤੂੰ ਕਾਫੀ ਸਮਾਂ ਨਿਕਲ ਚੁੱਕਾ ਹੈ। ਫਰੀਦਾ ਸਿਰ ਪੱਲਿਆ, ਦਾੜੀ ਪੱਲੀ, ਮੁੱਛਾਂ ਵੀ ਪੱਲੀਆਂ, ਸਭ ਕੁਝ ਚਿੱਟਾ ਹੋ ਗਿਆ। ਪੱਲੀਆਂ ਹੁੰਦੀਆਂ ਚਿੱਟਾ। ਰੇ ਮਨ ਗੈਲੇ ਬਾਵਰੇ ਮਾਣੇ ਕਿਆ ਰਲੀਆਂ। ਹੁਣ ਵੀ ਤੂੰ ਰਲੀਆਂ ਮਾਰ ਰਿਹਾ, ਸਭ ਕੁਝ ਤੇ ਚਿੱਟਾ ਹੋ ਚੁੱਕਿਆ ਹੁਣ ਤੇਰਾ। ਧੋਲੇ ਆ ਗਏ ਨੇ, ਧੋਲੇ ਉਬੇ ਸ਼ਾ। ਨੈਨੋ ਨੀਰ ਬਹੈ ਤਨ ਖੀਨਾ ਭਏ ਕੇਸ ਦੁਦਵਾਨੀ ਰੁਦਾ ਕੰਠ ਸ਼ਬਦ ਨਹੀਂ ਉਚਰੇ ਅਬ ਕਿਆ ਕਰੇ ਪ੍ਰਾਣੀ। ਹੁਣ ਚਿੱਤ ਕਰਦਾ ਹੈ ਮੈਂ ਵਾਹਿਗੁਰੂ ਕਵਾਂ, ਕਿਉਂਕਿ ਉਮਰ ਹੋ ਗਈ ਹੈ। ਹੁਣ ਕਹਿੰਦਾ ਵਾਹਿਗੁਰੂ ਹੈ ਤੇ ਨਿਕਲਦਾ ਪਤਾ ਨਹੀਂ ਕੀ ਹੈ। ਬੱਚੇ ਨੂੰ ਆਵਾਜ਼ ਮਾਰਦਾ, ਕੁਝ ਗੱਲ ਸਮਝਾਉਂਦਾ, ਪੋਤਾ ਕਹਿੰਦਾ ਬੋਲ ਕੀ ਰਹੇ ਹੋ। ਕਿਉਂ? ਕਿਉਂਕਿ ਜਦੋਂ ਗੱਲ ਬੋਲਣ ਦਾ ਸਮਾਂ ਸੀ ਉਸ ਵੇਲੇ ਤੇ ਬੋਲਿਆ ਹੀ ਨਹੀਂ। ਜਦੋਂ ਸੰਗਤ ਵਿੱਚ ਆਵਾਜ਼ਾਂ ਆਉਂਦੀਆਂ ਸੀ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਉਸ ਵੇਲੇ ਤੇ ਕਹਿੰਦਾ ਸੀ ਨਹੀਂ ਮੇਰੇ ਕੋਲ ਟਾਈਮ ਹੀ ਨਹੀਂ ਹੈ। ਤੇ ਹੁਣ ਜਦ ਬੁੱਢਾ ਹੋ ਗਿਆ, ਜਿਹੜਾ ਕੋਲ ਲੋਟਾ ਪਿਆ ਉਹ ਵੀ ਕੋਸਾਂ ਦੂਰ ਲੱਗਦਾ ਹੈ। ਉਹੀਓ ਲੱਤਾਂ, ਉਹੀਓ ਹੱਥ, ਉਹੀਓ ਕੰਨ, ਪਹਾੜਾਂ ਤੇ ਚੜ੍ਹ ਜਾਂਦਾ ਸੀ ਉਹ ਪੈਰਾਂ ਦੇ ਨਾਲ। ਹੁਣ 1 ਮੀਟਰ ਤੇ ਪਿਆ ਹੋਇਆ ਲੋਟਾ ਵੀ ਪੋਤੇ ਨੂੰ ਕਹਿੰਦਾ ਮੈਨੂੰ ਲੋਟਾ ਦੇ ਦੇ, ਮੇਰੇ ਕੋਲ ਲੋਟਾ ਨਹੀਂ ਚੁੱਕਣ ਹੋ ਰਿਹਾ। ਉਹ ਵੀ ਉਹਨੂੰ ਕੋਸਾਂ ਦੂਰ ਲੱਗਦਾ ਹੈ। तो रुदा कंठ शब्द नहीं उचरे अब क्या करे प्राणी। राम राय होए वैद बनवारी। हे राम राय जी, हे परमात्मा जी, मेरे वैद बन जाओ तुसी। अपने संतो लेहो उबारी। अपने भगत जना नू नाम जपण वालियां नू रख लो। माथे पीर शरीर जलन है। माथे पीर शरीर जलन है, करक करेजे माही। उस वेले जब उम्र होनी है ना तो हमेशा सिर दे विच पीड़ रहनी है, तो दिल दे विच हार्ट दे विच हमेशा दर्द रहनी है। हाय पुत्र मैनू बड़ी दर्द हो रही है, मैनू बड़ी दर्द हो रही है। माथे पीर शरीर जलन, शरीर जलदा होएगा अंदरों जी, मैनू अंदरों कलगी पै रही है। करक करेजे माही, अंदर करेजे दे अंदर दर्द उठती है। मैनू डॉक्टर को लै जाओ, मेरी ECG कराओ। ऐसी बेदन उपज खरी पई वाका ओखद नाई। ऐसी दर्द उठती है, डॉक्टर कहता भाई लै जाओ, हुण इस दर्द का इलाज नहीं जे, हुण ते बुढ़ापे का रोग है, ये तो हुण अपने आप ही रोगी है। हर फिर मारे कहते ने भगत भीखन जी कहते ने हर का नाम अमृत जल निर्मल, ए ओखद जग सारा। ते जिथों कदी डॉक्टर भी जवाब दे देन ना, उत्थे फिर हरि दा नाम वो अमृत रूपी जल है। ये सारा औखद है सारे संसार वास्ते, सर्व रोग का औखद नाम। तो भगत भीखन जी कहते हैं गुर प्रसाद कहे जन भीखो पावो मोख द्वारा। इस तरह मैं गुरु की कृपा लैके इस मोख द्वार मुक्त का द्वारा लभ लिया है। तो भगत कबीर जी यही तो कह रहे हैं, भजो गोबिंद भूल मत जाओ मानस जन्म का यही लाओ। जब लग जरा
रोग नहीं आया, तब लग काल ग्रसी नहीं काया, जब लग बिकल भई नहीं बाणी, भज लै रे मन सारंग पाणी। जद तक मूँह दे विच तेरी आवाज़ है ना, ਇਹਦੇ ਵਿੱਚੋਂ ਕੋੜੇ ਬੋਲ ਨਾ ਬੋਲ। जितना वाहिगुरु राम कह सकना कही जा, जितना कह सकना। कबीर केसो केसो कूकिए, ना सोइए आसार, रात दिवस के कूकने कबू के सुने पुकार। जो कूकण की वारी सी, जब तेरे शरीर के अंदर सत्या सी, उस वेले तो तू वाहिगुरु बोलिया नहीं, उस वेले तो राम बोलिया नहीं, उस वेले तो अल्लाह बोलिया नहीं। हुण मुखों तेरे को बोलन नहीं हो रहा, तो हुण कहना मैं बोलना चाहना वा। तो गुरु साहब कहते ने भज लै रे मन सारंग पाणी। इस करके हुणे भी भज लै, चेतना है तो चेत लै। निस दिन में प्राणी, छिन छिन ओद ब्यात है, फूटे घट ज्यों पानी। हर जी हले भी नहीं, हर अगर तू हुण भी नहीं भजेगा तो कदों भजेगा। तो अगे जाके कहते ने अब ना भजस, भजस कब पाई। जे हुण भी नहीं भजेगा तो कदों भजेगा। आवे अंत ना भजया जाई, जो किछ करे सोई अबसार। जो कुछ करना है ना हुणे कर लै, फिर पछतावो ना पावो पार। फिर तुहानू पछताना नहीं पेगा। जे अज भी कबीर साहब कहते ना मेरी गल मान लो, हुणे ही भजना शुरू कर लो। सिमरन भजन दया नहीं कीनी, तो मुख चोटा खाएगा। जे भाई सिमरन भजन परमात्मा का ना किया ना, तो चोटा ही खाएगा। जेड़े सियाणे हुंदे ने ना, वो अपना इंतजाम करते हैं। सरंजाम लाग पवजल तरन कह। मैंने एक गल याद आई, बड़ी पायेदार है, कुदरती सामने आ गई है, मैं सांझ कर लवां, समा हाले 10 मिनट है। एक शहर सी नदी के किनारे, बड़ी सुनन वाली गल है दृष्टांत है, पर सेध देने वाला है, कम आएगा। तो शहर दे विच राजा कोई हाईमई बंदा नहीं सी, जबरदस्ती बनाना पैंदा सी। तुसी कहोगे हद है, एक शहर है, अज किसी कस्बे का की RW का प्रधान बनना होवे ते लड़ाइयां हो जांदियां ने, ते एक वड्डे शहर का राजा नहीं बनना चाहता सी। हाँ सच है, उस शहर का कोई राजा बनना नहीं चाहता सी। 5 साल उन्होंने बनाया जाता सी, पर वो जबरदस्ती उन्होंने बनाया जाता सी। पता क्यों? क्योंकि जदों दे 5 साल पूरे हो जाने, वो नदी तो पार फिर उन्होंने ना जंगल दे विच छड्ड आना, फिर उन्होंने जानवर खा लेंदे सन। तो ये शर्त ते कोई बंदा ही नहीं सी। हुण 5 साल बीते, नेत परमेश्वर दी, जदों समा आया हुण कोई बने ना, वो कहंदा भाई तू मन, हर कोई मौत तो डरदा है। करदे करदे एक नाम जपण वाला बैठा सी, सारे शहर वाले उहदे कोल चले गए, भाई तू बन जा राजा। वो कहंदा भाई मैं नहीं बनांगा। वो महापुरखों को जिन्हां कोल जांदा सी उन्हां कोल गया, तो उन्होंने कहा की गल है। उन्हें गल दसी कि 5 साल तो बना रहे ने राजा, कहते बन जा। कहते ने उस तो बाद 5 सालों तो बाद मैनू सारे कट्ठे छोड़ आएंगे जंगल विच, तो फिर मेरी उत्थे मौत हो जानी, कि उत्थे जंगल विच बड़े खूंखार जानवर ने, मैं बच ही नहीं पाना, तो मैं 5 साल यह करांगा। महापुरख कहते हैं घबरा ना, तू उन्होंने हाँ कर दे। कहना महापुरखो मैं 5 साल की जिंदगी बस, मैं तो हले 30-35 साल का होया वां, तो मेरी तो। महापुरख कहते चिंता ना कर बच्चिया, तू राजा बन जा। हुण चला गया, उन्होंने कहा मैं बनना, बना दिता। 5 महीने बीते, 6 महीने बीते, वो राजे का दिल तो लग नहीं रहा, क्योंकि उन्होंने मौत याद है। ये असीं नान ना अपने ते टुकाईए। वो महापुरखों को गया, महाराज तुसीं कहा सी, तो हुण 6 महीने तो बीत गए ने गल्लां गल्लां विच, ते मेरी जिंदगी दे 4.5 साल रह गए ने। उन्हें कहा घबरा क्यों रहे हैं, चल मेरे नाल। उन्हें जिन्ना उहदा लोह लश्कर सी सारिਆਂ ਨੂੰ नाल लिया, नदी पार करके वो जंगल भी चल पे। महापुरख कहते ने ਇਹਦਾ 8-10 किलोमीटर जंगल सफाई करवा दे सारी। महापुरखों का बचन सी, उन्हें 8-10 महीने ला के पूरा जंगल अद्धे तो ज़्यादा साफ कर दिता। हुण 1.5 साल हो गया। महापुरखों हुण कहते जंगल के अगे बहुत है, कहते हुण इहदे उत्ते तू सोहणियां बिल्डिंगां बना, इमारतां बना, ये वजह महल उत्थे भी बना लै। हुण वो राजे ने उहियो ही कीता, उहदे कोल माया सी, ढेर सी,
क्योंकि राजे को राजसभा विच बड़ी माया होंदी है। उन्हें सारे बंदियां नूं ला के सोहना जिहा शहर बना दिता, अपने तो ही वधिया शहर उत्थे बना दिता। लो जी, ये करदे करदे 5 साल बीते, सारी पब्लिक इकट्ठी हुई। उस शहर के नियम अनुसार राजे नूं उन्होंने तैयार किया, नवाया, इशनान करवाया, कपड़े पवाए। चल बई राजा हुण तैनूं वो जंगल ही छड्ड के आई है। लोगों की पता सी, जद लैके गए तो उत्थे वेख्या उस तो ज़्यादा हरा भरा काम, हरियावल ही हरियावल। तो वेख के हैरान हो गए, सीस झुक गए सब दे। उन्होंने कहा कि कहते जेड़े तुसी मैनूं 5 साल दिते सी ना, मैं अगला सवार लिया, मैं अपने नालों वधिया। जे यह गल असी अपने ते ढुकाईए कि ये जिंदगी भी सवारनी है, ये लोग सुखीए पर लोग सुहेले। जिन्हों पातशाह कहते हैं बेगमपुरा शहर को नाम, वो शहर केड़ा है जिथे असी जाना है, ओदी चिंता कीती है। जिदे अज कह रहे हैं भजो गोबिंद भूल मत जाओ। जेड़ा वो शहर की असी चिंता कीती है, जिस शहर के अंदर बेगमपुरा जिथे असी जाना है, इत्थे ते सानू किन्ने गम ने, किन्ना कुछ है सानू, पर जिस परमात्मा के घर जाना है वो शहर का नाम पता की जे, बेगमपुरा। जेड़ा वो राजे ने अपने तो वधिया बना दिता। ते लोगों ने कहा अज तो बाद तू इस धरती का भी राजा ते उस धरती का भी राजा। प्यार नाल आखो सतनाम श्री वाहिगुरू। जदों तुसी इस धरती ते रह के तुहानूं जन्म मिले, अगर तुसी परमात्मा का नाम जप लिया, इत्थे ते लोग नमस्कार करनगे, रे रे दरगह कहे ना कहू, आओ बैठ आदर शुभ देव। जदों संसार विच इस तरह के नाम कोई बंदा जप के जाता ना, है सब जग भयो, जय 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 सुरलोक। इत्थे हाहाकार तां हुंदी है क्योंकि एक नाम जपण वाली रूह शरीर करके चली गई है। तो उस परमात्मा की दरगाह दे विच जय जयकार पता क्यों हुंदी है? क्योंकि उत्थे वो वजह शरीर आ गया जो परमात्मा के गुणा दे नाल मेल खांदा सी। जिहड़ा बेगमपुरा विच चला गया, बेगमपुरा शहर को नाओ दुख अंधे हो नहीं तै ठाओ। उत्थे दुख है ही नहीं, ना तसवीस खिराज ना माल। उत्थे कोई घबराहट नहीं, कोई चिंता नहीं, खौफ ना खता ना तरस जवाल। किसी तरह का डर ही नहीं है, ना खफा है, ना किसी तरह की कोई चिंता झोला, कोई किसी तरह का सानू कोई फिक्र ही नहीं है उत्थे। ते उस राजे ने फिर उस धरती ते भी काम किया। तो साढ़े कोल भी कितना समा है हले, पता नहीं भावें अगला स्वास आवे कि ना आवे, पर इतनी गल तो जरूर है कि जे असी परमात्मा दे होने तो लग जाइए, अजू कच्छ बिगड़ियो नहीं। गुरु तेग बहादुर साहब कहते हैं हले भी कच्छ नहीं बिगड़े, अजू कच्छ बिगड़ियो नहीं, जो प्रभु गुण गावे। तू हले भी वापस आ जा। ते अगों की कहते ने, अगों की कहते ने, अब ना भजस भजस कब पाई, आवे अंत ना भजिया जाई, जो किछ करे सोई अबसार, फिर पछतावो ना पावो पार। जिस तरह राजे ने अगला भी सवार लिया, तू भी इस तरह कर ले। जो सो सेवक जो लाया सेव, जिस सेवक ने उस परमात्मा दे नाल अपना मन ला लिया, सेवा की ओदी, तिन ही पाए निरंजन देव। उसने उस परमात्मा निरंजन, अंजन हुंदी कालक, ते कालक हुंदी है माया, ते निरंजन जिहड़ा माया तो रहत वो परमात्मा, उसनू पा लिया। जदों ओदी सेवा की होया कि फिर कबीर साहब कहते गुर मिल ताके खुले कपाट। जिहड़ा कपाट सी ना वो खुल गए। हुण की होया, बोह ना आवे जोनी बाट। हुण जोना दे विच आन जान दा जिहड़ा डर सी ना, जिस राजे नूं डर सी कि मेरी मौत होएगी तो की होएगा, हुण वो मौत तो खफा तो दूर हो गया। क्योंकि हुण उन्होंने पता सी कि मनु वो निरंजन परमात्मा ही मिल गया। हुण मेरा आन जान दा गेड़ मुक गया। घट पीतर तू देख विचार, तैनू बाहर ना वेख, तू अपने हिरदे रूपी घट अंदर ही वेख, ओदी विचार कर। बहु बिद कहो
ਕੱਢ ਪੀਤਰ ਤੂੰ ਦੇਖ ਵਿਚਾਰ, ਕਹਿਤ ਕਬੀਰ ਜੀਤ ਕੇ ਹਾਰ। ਅੰਦਰ ਆਪਣੇ ਆਪ ਨੂੰ, ਮਨ ਨੂੰ ਟਟੋਲ ਕਿ ਮੈਂ ਜਿੱਤਿਆ ਹੋਇਆ ਵਾਂ ਕਿ ਹਾਰਿਆ ਹੋਇਆ ਵਾਂ। ਤੁਹਾਨੂੰ ਪਤਾ ਹੈ, ਮੇਰਾ ਮੈਨੂੰ ਪਤਾ ਹੈ ਕਿ ਮੈਂ ਜੀਵਨ ਦੀ ਬਾਜੀ ਹਾਰ ਰਿਹਾ ਕਿ ਜਿੱਤ ਰਿਹਾ। ਤੁਹਾਨੂੰ ਪਤਾ ਹੋਏਗਾ ਤੁਸੀਂ ਜਿੱਤ ਰਹੇ ਹੋ, ਹਾਰ ਰਹੇ ਹੋ। ਬਹੁ ਬਿਦ ਕਹਿਓ ਪੁਕਾਰ ਪੁਕਾਰ। ਇਹ ਗੱਲ ਕਬੀਰ ਸਾਹਿਬ ਕਹਿੰਦੇ, ਮੈਂ ਪੁਕਾਰ ਪੁਕਾਰ ਕੇ ਸਾਰਿਆਂ ਨੂੰ ਕਹਿ ਰਿਹਾ ਭਾਈ, ਸਮਾਂ ਤੁਹਾਡਾ ਬੀਤਦਾ ਜਾ ਰਿਹਾ ਹੈ। ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ, ਮਿਥਿਆ ਮੋਹ ਬੰਦੇ ਨਿਤ ਪਾਰਚ। ਤੇਰੀ ਉਮਰ ਲੰਘਦੀ ਜਾ ਰਹੀ, ਅਚੇਤ ਮੂੜਾ ਨਾ ਜਾਣਤ ਘਟੰਤ ਸਾਸਾ ਨਿਤ ਪ੍ਰਤੇ। ਹੈ ਅਚੇਤ ਮੂੜੇ, ਤੇਰੇ ਸਵਾਸ ਇੱਕ ਇੱਕ ਕਰਕੇ ਖਤਮ ਹੋ ਰਹੇ ਨੇ। ਭਜੋ ਗੋਬਿੰਦ ਭੂਲ ਮਤ ਜਾਓ, ਮਾਨਸ ਜਨਮ ਕਾ ਇਹੀ ਲਾਓ। ਤੇਰੇ ਸਵਾਸ ਖਤਮ ਹੋਈ ਜਾ ਰਹੇ ਨੇ, ਤੈਨੂੰ ਪਤਾ ਹੀ ਨਹੀਂ ਹੈ। ਕਰੋੜਾਂ ਵਰਗੇ ਇਹ ਸਵਾਸ ਐਸੇ ਨੇ ਜਿਹਦਾ ਮੁੱਲ ਹੀ ਨਹੀਂ ਹੈ। ਛਿਜੰਤ ਮਹਾ ਸੁੰਦਰੀ ਕਾਇਆ, ਕਾਲ ਕੰਨਿਆ ਗਰਸਤੇ। ਤੇਰੀ ਇਹ ਜਿਹੜੀ ਕਾਇਆ ਹੈ ਨਾ, ਖਤਮ ਹੁੰਦੀ ਜਾ ਰਹੀ ਹੈ। ਉਸ ਤੋਂ ਪਹਿਲਾਂ ਭੱਜ ਲੈ ਰੇ ਮਨ ਸਾਰੰਗ ਪਾਣੀ। ਉਸ ਪਰਮਾਤਮਾ ਨੂੰ ਯਾਦ ਕਰ ਲੈ। ਫਿਰ ਜੇ ਸਮਾਂ ਨਿਕਲ ਗਿਆ, ਰਾਮ ਸਿਮਰ ਪਛਤਾਏਗਾ ਮਨ। ਪਾਪੀ ਜੀੜਾ ਲੋਭ ਕਰਤ ਹੈ, ਆਜ ਕਾਲ ਉੱਠ ਜਾਏਗਾ। ਲਾਲਚ ਲਾਗੇ ਜਨਮ ਗਵਾਇਆ, ਮਾਇਆ ਭਰਮ ਭੁਲਾਏਗਾ। ਫਿਰ ਤੇ ਤੈਨੂੰ ਤੈਨੂੰ ਫਿਰ ਹੋਣਾ ਕੀ ਹੈ ਕਿ ਜੋ ਜਮਾਏ ਕੇਸ ਗਏ ਪਟਕੇ, ਤਾ ਦਿਨ ਕੱਛ ਨਾ ਬਸਾਏਗਾ। ਫਿਰ ਤੇ ਕੇਸਾਂ ਤੋਂ ਖੜੀਚ ਕੇ ਤੈਨੂੰ ਤਰੂ ਕੇ ਲੈ ਕੇ ਜਾਣਗੇ, ਤਾ ਦਿਨ ਕਿਛ ਨਾ ਬਸਾਏਗਾ। ਸਿਮਰਨ ਭਜਨ ਦਇਆ ਨੀ ਕੀਨੀ, ਤੋ ਮੁਖ ਚੋਟਾਂ ਖਾਏਗਾ। ਧਰਮ ਰਾਏ ਜਬ ਲੇਖਾ ਮੰਗੇ, ਕਿਆ ਮੁਖ ਲੈ ਕੇ ਜਾਏਗਾ, ਕੀ ਮੁਖ ਲੈ ਕੇ ਜਾਏਗਾ। ਮਾਰੇ ਕਹਿੰਦੇ ਨੇ ਕਬੀਰ ਸਾਹਿਬ, ਕਹਿਤ ਕਬੀਰ ਸੁਨੋ ਰੇ ਸੰਤੋ, ਸਾਧ ਸੰਗਤ ਤਰ ਜਾਏਗਾ। ਸਤ ਸੰਗਤ ਵਿੱਚ ਆ ਜਾ, ਸਾਧ ਕੇ ਸੰਗ ਕਲੂਖਤ ਹਰੇ। ਵਾਹ, ਪੰਕਤੀ ਆਈ ਸਾਹਮਣੇ, ਸਾਧ ਕੇ ਸੰਗ ਤੇਰੇ ਸਾਰੇ ਪਾਪ ਹੀ ਖਤਮ ਹੋ ਜਾਣੇ ਨੇ। ਤੂੰ ਪਾਪਾਂ ਨੂੰ ਨਾਸ਼ ਕਰਨਾ ਚਾਹੁੰਦਾ ਹੈ ਨਾ, ਤੇ ਸੰਗਤ ਦੇ ਕਿਲੇ ਵਿੱਚ ਆ ਕੇ ਬਹਿ ਜਾ। ਸਾਧ ਕੇ ਸੰਗ ਨਹੀਂ ਕਚਕਾ, ਸਾਧ ਕੇ ਸੰਗ ਨਹੀਂ ਕਚਕਾ, ਸਾਧ ਕੇ ਸੰਗ ਹੋ ਨਿਆਜ਼, ਸਾਧ ਕੇ ਸੰਗ ਕਲੂਕਤ ਹਰੇ, ਸਾਧ ਕੇ ਸੰਗ ਨਰਕ ਪਰ ਹਰੇ। ਤੂੰ ਦੂਰ ਹੋ ਜਾਏਗਾ ਨਰਕਾਂ ਤੋਂ, ਤੈਨੂੰ ਰੱਬ ਦਾ ਘਰ ਮਿਲ ਜਾਏਗਾ। ਤੋ ਅੱਜ ਕਬੀਰ ਸਾਹਿਬ ਇਹੀ ਕਹਿ ਰਹੇ ਨੇ ਕਿ ਭਾਈ ਭਜੋ ਗੋਬਿੰਦ ਭੂਲ ਮਤ ਜਾਓ, ਮਾਨਸ ਜਨਮ ਕਾ ਇਹੀ ਲਾਓ। ਮਾਨਸ ਜਨਮ ਦਾ ਇਹੀ ਲਾ ਹੀ ਖੱਟ ਲਓ। ਜਿਤਨਾ ਖੱਟ ਸਕਦੇ ਹੋ ਖੱਟੋ, ਜਿਤਨਾ ਵਾਹਿਗੁਰੂ ਵਾਹਿਗੁਰੂ ਕਹਿ ਸਕਦੇ ਹੋ ਕਹੋ। ਸਾਡਾ ਕੁਝ ਜਾਣਾ ਨਹੀਂ ਤੇ ਸਾਨੂੰ ਪ੍ਰਾਪਤ ਬੜਾ ਕੁਝ ਹੋ ਜਾਣਾ ਹੈ। ਵਾਹਿਗੁਰੂ ਕਹਿਣ 'ਚ ਕੀ ਲੱਗਦਾ ਹੈ ਦੱਸੋ? ਤੁਸੀਂ ਕੋਈ ਚੀਜ਼ ਖਰੀਦੋ, ਤੁਹਾਡੀ ਮਾਇਆ ਲੱਗੇਗੀ ਨਾ। ਹੁਣ ਮੈਂ ਵਾਹਿਗੁਰੂ ਕਹਿ ਰਿਹਾ, ਤੁਸੀਂ ਵਾਹਿਗੁਰੂ ਸੁਣ ਰਹੇ ਹੋ, ਕੁਛ ਲੱਗ ਰਿਹਾ? ਜੇ ਅਗਰ ਇੰਨਾ ਵੀ ਸਾਡਾ ਕੁਛ ਨਹੀਂ ਲੱਗ ਰਿਹਾ, ਤੇ ਫਿਰ ਅਸੀਂ ਕਿਉਂ ਇਸ ਤਰ੍ਹਾਂ ਦੀ ਗੱਲ ਕਰ ਰਹੇ ਹਾਂ? ਤੋ ਇਸ ਕਰਕੇ ਭਜੋ ਗੋਬਿੰਦ ਭੂਲ ਮਤ ਜਾਓ। ਗੁਰੂ ਮਹਾਰਾਜ ਕਿਰਪਾ ਕਰਨ, ਜੋ ਬਚਨ ਗੁਰੂ ਸਾਹਿਬ ਨੇ ਕਢਾਏ ਨੇ ਇਹ ਉਹਨਾਂ ਦਾ ਤਰਸ ਹੈ। ਤੇ ਜੇ ਆਪ ਜੀ ਨੂੰ ਚੰਗੇ ਲੱਗਣ, ਹਿਰਦੇ ਵਿੱਚ ਵਸਾਓ। ਕੋਈ ਗੱਲ ਦਾਸ ਵੱਲੋਂ ਲੱਗੀ ਮਾੜੀ ਲੱਗੀ ਹੋਵੇ, ਉਹ ਦਾਸ ਦੀ ਝੋਲੀ ਵਿੱਚ ਪਾ ਲੈਣਾ। ਕਿਉਂਕਿ ਮਹਾਂਪੁਰਖ ਸਾਨੂੰ ਦੱਸਦੇ ਸਨ ਕਿ ਭਾਈ ਜਦੋਂ ਕਥਾ ਵਿਚਾਰ ਕਰੋ ਤੇ ਥੋੜ੍ਹਾ ਜਿਹਾ ਕੁੜਤਾ ਖੁੱਲ੍ਹਾ ਵੱਡਾ ਪਾ ਕੇ ਆਇਆ ਕਰੋ। ਕਈ ਵਿਚਾਰ ਵਾਪਸ ਵੀ ਮਿਲਦੇ ਨੇ, ਕਿਉਂਕਿ ਹਰ ਗੱਲ ਹਜਮ ਨਹੀਂ ਹੁੰਦੀ ਕਈਆਂ ਨੂੰ। ਦੇਖੋ, ਜੇ ਤੇ ਮੈਂ ਸ਼ਰਾਬ ਨਹੀਂ ਪੀਂਦਾ, ਮੈਂ ਸ਼ਰਾਬ ਦੀ ਗੱਲ ਕਰਾਂਗਾ, ਕਹੋਗੇ ਵੀਰ ਜੀ ਤੁਸੀਂ ਕਥਾ ਬਹੁਤ ਅੱਛੀ ਕੀਤੀ ਹੈ, ਮੈਨੂੰ ਖਿਮਾ ਕਰ ਦੇਣਾ। ਤੇ ਜੇ ਤੁਸੀਂ ਪੀਂਦੇ ਹੋ, ਕਹੋਗੇ ਵੀਰ ਜੀ ਨੇ ਅੱਜ ਤੇ ਨਹੀਂ, ਅੱਜ ਇਹ ਕੋਈ ਗੱਲਾਂ ਨਹੀਂ ਕਹਿਣ ਦੀਆਂ ਹੁੰਦੀਆਂ ਸੰਗਤ ਵਿੱਚ, ਐਵੇਂ ਕਹੀਦਾ ਨਾ। ਇਸ ਕਰਕੇ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ, ਮੈਂ ਤੇ ਗੁਰੂ ਦੀ ਬਾਣੀ ਦਾ ਉਪਦੇਸ਼ ਸਾਂਝਾ ਕਰ ਰਿਹਾ। ਮੈਂ ਤੇ ਇੱਕ ਡਾਕੀਆ ਵਾਂ, ਪੋਸਟਮੈਨ ਹੁੰਦਾ ਨਾ ਬਈ, ਉਹਦੀ ਡਾਕ ਲਈ ਤੇ ਉੱਧਰ ਦੇ ਦਿੱਤੀ। ਅਸੀਂ ਤੇ ਉਸ ਪਰਮਾਤਮਾ ਦੀ ਡਾਕ ਤੁਹਾਡੇ ਤੱਕ ਪਹੁੰਚਾਈਏ, ਤੇ ਉਹਦੇ ਵਿੱਚੋਂ ਕੁਝ ਮਾੜਾ ਲੱਗਿਆ ਹੋਵੇ ਉਹ ਝੋਲੀ ਵਿੱਚ ਪਾ ਦੇਣਾ, ਚੰਗਾ ਆਪਣੇ ਹਿਰਦੇ ਵਿੱਚ ਵਸਾ ਲੈਣਾ ਤੇ ਜੀਵਨ ਦੇ ਸ਼ੁਕਰਾਨੇ ਵਿੱਚ ਲਿਆਣਾ ਔਰ ਗੁਰੂ ਦੇ ਤਰਸ ਵਿੱਚ ਰਹਿਣਾ। ਇਹ ਮੈਂ ਬੇਨਤੀ ਜ਼ਰੂਰ ਕਰਾਂਗਾ। ਮੇਰੀਆਂ ਭੁੱਲਾਂ ਮੇਰੀਆਂ ਸਮਝ ਕੇ ਵਾਪਸ ਕਰ ਦੇਣਾ, ਬਚਨ ਗੁਰੂ ਦਾ ਜਾਣ ਕੇ ਹਿਰਦੇ 'ਚ ਵਸਾ ਲੈਣਾ ਔਰ ਗੁਰੂ ਦੀ ਫਤਿਹ ਸਾਂਝ ਕਰ ਦੇਣੀ। ਸਾਰਿਆਂ ਦਾ ਧੰਨਵਾਦ, ਖਾਸ ਤੌਰ 'ਤੇ ਤਿਲਕਜੀਤ ਸਿੰਘ ਜੀ ਦਾ, ਹਰੀਸ਼ ਜੀ ਦਾ, ਬਿਸ਼ੰਬਰ ਜੀ ਦਾ, ਇਹ ਸਾਹਮਣੇ ਮੇਰੇ ਜੀਤ ਰਾਏ ਜੀ ਬੈਠੇ ਹਨ, ਉਹਨਾਂ ਦਾ ਵੀ ਧੰਨਵਾਦ। ਹੋਰ ਪਤਵੰਤੇ ਸੱਜਣ ਸਾਰੇ ਜੋ ਮੈਂ ਨਾਮ ਨਹੀਂ ਜਾਣਦਾ, ਪਰ ਮੈਂ ਦਿਲਾਂ ਦੀ ਗਹਿਰਾਈਆਂ ਦੇ ਵਿੱਚੋਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਵਾਂ ਕਿ ਆਪ ਬੈਠ ਕੇ ਇਹ ਇੱਕ ਮੂਰਖ ਦੀਆਂ ਵਿਚਾਰਾਂ ਆਪ ਜੀ ਨੇ ਸੁਣੀਆਂ। ਗੁਰੂ ਮਿਹਰ ਕਰਨ, ਸਭ ਤੇ ਆਪ ਰਹਿਮਤ ਵਰਤਾਉਣ। ਭੁੱਲਾਂ ਚੁੱਕਾਂ ਦੀ ਖਿਮਾ, ਅਸੀਸ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।